त्यों तुन वध जाए, कष्ट अंग है योग का, ध्यान तरत सुख पाए। वाहिगुरु जी का खालसा, वाहिगुरु जी की फतेह। परम सन्मान योग ਅਤੇ ਸਤਿਕਾਰਯੋਗ ਸਤਿਗੁਰ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਗੋਦ ਵਿੱਚ ਸੁਭਾਇਮਾਨ ਗੁਰੂ ਸਵਾਰੀ ਗੁਰੂ ਖਾਲਸਾ ਸਤ ਸੰਗਤ ਜੀਓ, ਆਪ ਸਮੂਹ ਸੰਗਤਾਂ ਵੱਡੇ ਭਾਗਾਂ ਵਾਲੇ ਹੋ ਕਿ ਦਿਨ ਦੇ ਤੀਜੇ ਪਹਿਰ ਦੇ ਦੀਵਾਨ, ਇਹਨਾਂ ਦੀਵਾਨਾਂ ਵਿੱਚ ਅੰਮ੍ਰਿਤਮਈ ਬਾਣੀ ਦਾ ਕੀਰਤਨ ਆਪ ਜੀ ਨੇ ਸ਼ਰਵਣ ਕੀਤਾ ਹੈ। ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮਗਤ ਮੇਰੀ। ਜਲਨ ਬੁਝੀ ਸੀਤਲ ਹੋਏ ਮਨੁਆ, ਸਤਿਗੁਰ ਕਾ ਦਰਸ਼ਨ ਪਾਏ ਜੀਓ। ਉਸ ਤੋਂ ਬਾਅਦ ਜੋ ਗੁਰੂ ਘਰ ਦੀ ਮਰਿਆਦਾ ਹੈ ਕਿ ਗੁਰੂ ਇਤਿਹਾਸ ਦੀ ਕਥਾ ਨਿਤਾਂ ਪ੍ਰਤੀ ਆਪ ਜੀ ਆਪਣੇ ਨੇਮ ਅਨੁਸਾਰ ਹਾਜ਼ਰੀਆਂ ਭਰ ਕੇ, ਚਿੱਤ ਬਿਰਤੀਆਂ ਇਕਾਗਰ ਕਰਕੇ ਧੰਨ ਗੁਰੂ ਨਾਨਕ ਪਾਤਸ਼ਾਹ ਦੀ ਬਖਸ਼ਿਸ਼ਾਂ ਸਰਵਣ ਕਰ ਰਹੇ ਹੋ। ਗੁਰੂ ਨਾਨਕ ਮਹਾਰਾਜ ਸਿੰਗਲਾ ਦੀ ਪਹੁੰਚੇ ਹਨ। ਰਾਜਾ ਸ਼ਿਵਨਾਭ ਉਹਨੂੰ ਉਪਦੇਸ਼ ਦੇ ਰਹੇ ਹਨ। ਪਾਤਸ਼ਾਹ ਕਹਿਣ ਲੱਗੇ, ਹੇ ਰਾਜਨ, ਯੋਗ ਦੋ ਤਰ੍ਹਾਂ ਦਾ ਹੈ। ਇੱਕ ਹੈ ਕਸ਼ਟ ਯੋਗ, ਦੂਜਾ ਹੈ ਭਗਤੀ ਯੋਗ, ਸਹਿਜ ਯੋਗ। ਕਸ਼ਟ ਯੋਗ ਨੂੰ ਖਾਲਸਾ ਜੀਓ, ਜਿਹੜੇ ਯੋਗੀ ਹਨ ਉਹ ਕਮਾਉਂਦੇ ਹਨ। ਸਹਿਜ ਯੋਗ ਨੂੰ, ਭਗਤੀ ਯੋਗ ਨੂੰ ਗੁਰਸਿੱਖ ਕਮਾਉਂਦੇ ਹਨ। ਜਦੋਂ ਗੁਰੂ ਕੇ ਪਿਆਰੇ ਸਾਧ ਸੰਗਤ ਕਰਦੇ, ਨਾਮ ਜਪਦੇ, ਬਾਣੀ ਪੜ੍ਹਦੇ, ਸੇਵਾ ਕਰਦੇ, ਸਵਾਸ ਸਵਾਸ ਸਿਮਰਨ ਕਰਦੇ ਹਨ, ਉਹਨਾਂ ਦਾ ਸਹਿਯੋਗ ਹੈ ਜੁੜਨਾ। ਯੋਗ ਦਾ ਅੱਖਰੀ ਅਰਥ ਜੇ ਲਈਏ, ਸੰਸਕ੍ਰਿਤ ਸ਼ਬਦ ਹੈ ਯੁਜ। ਯੁਜ ਦਾ ਅਰਥ ਹੈ ਜੁੜਨਾ, ਜੁਆਇੰਟ ਹੋਣਾ। ਕਿ ਜਿਹਦੀ ਚਿੱਤ ਬਿਰਤੀ ਖਿੰਡੀ ਹੋਈ ਹੈ, ਮਨ ਖਿੰਡਿਆ ਹੋਇਆ ਹੈ, ਖਿੰਡੇ ਹੋਏ ਮਨ ਨੂੰ ਕਿਹੜੇ ਕਿਹੜੇ ਸਾਧਨ ਹਨ ਕਿ ਮਨ ਜੁੜ ਜਾਵੇ। ਉਹਦੇ ਲਈ 8 ਅੰਗ ਹਨ। ਯਮ, ਨਿਯਮ, ਇਕੰਤ ਦੇਸ਼, ਆਸਣ, ਪ੍ਰਾਣਾਯਾਮ, ਧਿਆਨ, ਧਾਰਨਾ, ਸਮਾਧੀ। ਇਹ 8 ਅੰਗ ਹਨ। ਕਿੱਥੋਂ ਤੋਂ ਲੈ ਕੇ ਕਿੱਥੇ ਜਾਣਾ ਦੇਖੋ। ਯਮ ਤੋਂ ਲੈ ਕੇ ਸਮਾਧੀ ਵਿੱਚ ਸਥਿਤ ਹੋਣਾ, ਇਹ ਯੋਗ ਹੈ। ਇੱਕ ਪ੍ਰਕਿਰਿਆ ਹੈ। ਜਿਹੜਾ ਬੰਦਾ ਇਸ ਪ੍ਰਕਿਰਿਆ ਵਿੱਚੋਂ ਲੰਘ ਜਾਵੇ, ਜਿਹੜਾ ਯੋਗੀ, ਜੇ ਕਹਿ ਲਓ ਲੱਖਾਂ ਯੋਗੀਆਂ ਚੋਂ ਕੋਈ ਇੱਕ ਉੱਥੇ ਪਹੁੰਚਦਾ ਹੈ ਸਮਾਧੀ ਵਿੱਚ, ਬਾਕੀ ਤਾਂ ਸਾਰੇ ਵਿੱਚ ਹੀ ਰਹਿ ਜਾਂਦੇ ਹਨ। ਜਿਵੇਂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਸੋਠ ਰਾਗ ਵਿੱਚ ਫਰਮਾਨ ਕੀਤਾ ਹੈ ਕਿ ਜੋਗ ਸਿੱਧ ਆਸਣ 84 ਇਹ ਪੀ ਕਰ ਕਰ ਰਹਿਆ, ਵੱਡੀ ਆਰਜਾ ਫਿਰ ਜਨਮੈ, ਹਰਸਿਓ ਸੰਗ ਨ ਗਹਿਆ।
ਕਿ ਬੰਦੇ ਇਹ ਯੋਗ ਦੇ ਸਾਰੇ ਅੰਗ ਕਰ ਕਰਕੇ ਥੱਕ ਜਾਂਦੇ, ਪਰ ਫਿਰ ਵੀ ਮਨ ਵਿੱਚ ਅਹੰਕਾਰ ਰਹਿ ਜਾਂਦਾ ਹੈ। ਪੰਜ ਜਨਾ ਸਿਓ ਸੰਗ ਨਾ ਛੁਟਕਿਓ, ਇਹਨਾਂ ਪੰਜਾਂ ਨਾਲ ਉਹਦਾ ਸੰਗ ਛੁਟਕਦਾ ਹੀ ਨਹੀਂ। ਬਹੁਤਾ ਅਹੰਕਾਰ ਆ ਕੇ ਵੱਧ ਜਾਂਦਾ ਇਹਨੂੰ। ਜਿਹੜੇ ਗੁਰੂ ਕਿਰਪਾ ਸਦਕਾ ਨਿਮਰਤਾ ਭਾਵ ਨਾਲ ਉਸ ਰਸ ਵਿੱਚ ਲੀਨ ਹੋ ਜਾਂਦੇ ਹਨ, ਉਹ ਲੱਖਾਂ ਚੋਂ ਕੋਈ ਇੱਕ ਵੱਡਾ ਜੋਗੀ ਗੁਰੂ ਕਿਰਪਾ ਦੁਆਰਾ ਉੱਥੇ ਪਹੁੰਚਦਾ ਹੈ। ਪਾਤਸ਼ਾਹ ਕਹਿੰਦੇ ਬਾਕੀ ਸਭ ਉੱਥੇ ਰਹਿ ਜਾਂਦੇ ਹਨ। ਪੰਜ ਅੰਗ ਤੱਕ ਕਥਾ ਆਪ ਜੀ ਨੇ ਸਰਵਣ ਕਰ ਲਈ ਹੈ। ਪ੍ਰਾਣਾਯਾਮ, ਪ੍ਰਾਣਾਯਾਮ ਦਾ ਅਰਥ ਹੈ ਖਾਲਸਾ ਜੀਓ ਆਪਣੇ ਸਵਾਸ ਚੜਾਉਣੇ ਉਤਾਰਨੇ। ਇਹ ਏੜਾ ਪਿੰਗਲਾ ਔਰ ਸੁਖਮਨਾ, ਇਹ ਤਿੰਨ ਨਾੜੀਆਂ ਹਨ ਜਿਹਨੂੰ ਪੂਰਕ ਕੁੰਭਕ ਰੇਚਕ ਵੀ ਆਖਦੇ ਖਾਲਸਾ ਜੀਓ। ਜੋਗੀ ਓਮ ਜਾਂ ਆਪਣੇ ਤਰੀਕੇ ਨਾਲ ਓੰਕਾਰ, ਕੋਈ ਕੀ ਜਾਪ ਕਰਦਾ, ਕੋਈ ਕੀ ਜਾਪ ਕਰਦਾ, ਉਹਦਾ ਜਾਪ ਕਰਦੇ ਕਰਦੇ 12 ਮਾਤਰਾ 12 ਵਾਰੀ ਓਮ ਜਪਦੇ ਜਪਦੇ ਨਾ ਆਪਣੇ ਸਵਾਸ ਚੜਾਉਂਦੇ ਹਨ। ਕੁਦਰਤੀ ਦੇਖੋ ਕਿਰਿਆ ਉੱਪਰ ਆਉਂਦੀ ਹੈ। ਫਿਰ ਜਿੱਥੇ ਸਵਾਸ ਚੜੇ ਹਨ, ਉਤਾਰ ਨੂੰ ਜਾ ਰਹੇ ਹਨ, ਉੱਥੇ ਰੋਕਣਾ ਵੀ ਤਾਂ ਹੈ। ਉਹ ਰੋਕ ਕੇ ਫਿਰ ਉਤਾਰਨਾ, ਫਿਰ ਚੜਾਉਣਾ, ਇਹ ਪ੍ਰਕਿਰਿਆ ਕਰਦੇ ਰਹਿੰਦੇ ਹਨ। ਤੇ ਜਿਹੜਾ ਇਸ ਪ੍ਰਕਿਰਿਆ ਵਿੱਚ ਪਰਪੱਕ ਹੋ ਜਾਵੇ, ਉਹਦਾ 10ਵੇਂ ਦਵਾਰ ਧਿਆਨ ਜੁੜ ਜਾਂਦਾ ਹੈ ਖਾਲਸਾ ਜੀਓ। ਉਹਦੀ ਬਿਰਤੀ ਇਕਾਗਰ ਹੋ ਜਾਂਦੀ ਹੈ। ਉਸ ਅਵਸਥਾ ਵਿੱਚ ਪਹੁੰਚਦਾ ਹੈ ਜੈ ਝਿਲਮਿ ਲਕਾਰ ਦਿਸੰਤਾ, ਤਹ ਅਨਹਦ ਸ਼ਬਦ ਵਜੰਤਾ, ਮਿਲ ਜੋਤੀ ਜੋਤ ਸਮਾਨੀ, ਮੈਂ ਗੁਰ ਪ੍ਰਸਾਦੀ ਜਾਣੀ। ਉਸ ਅਵਸਥਾ ਵਿੱਚ ਉਹ ਪਹੁੰਚ ਜਾਂਦਾ ਹੈ। ਆਓ ਇਸ ਤੋਂ ਅਗਲਾ ਅੰਗ ਹੈ ਯੋਗ ਦਾ, ਉਸ ਨੂੰ ਸਰਵਣ ਕਰੀਏ, ਆਪਣੇ ਚਿੱਤ ਬਿਰਤੀ ਇਕਾਗਰ ਕਰੀਏ, ਅਰਦਾਸ ਕਰੀਏ ਰੱਬ ਜੀ ਕਿ ਸਾਡੀ ਬਿਰਤੀ ਵੀ ਮਹਾਰਾਜ ਭਗਤੀ ਯੋਗ ਦੁਆਰਾ ਪਾਤਸ਼ਾਹ ਜੋੜ ਦੇਣਾ। ਤੁਸੀਂ ਸਭ ਕੁਝ ਕਰਨ ਵਾਲੇ ਹੋ ਮਹਾਰਾਜ, ਚੰਗੇ ਹਾਂ ਬੁਰੇ ਹਾਂ ਤੁਹਾਡੇ ਹਾਂ, ਔਗੁਣਾਂ ਦੇ ਭਰੇ ਹੋਏ ਹਾਂ। ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ, ਤੁਸੀਂ ਤਾਂ ਮਹਾਨ ਜੋਗੀ ਹੋ। ਆਪ ਜੀ ਕਿਰਪਾ ਕਰੋ ਪਾਤਸ਼ਾਹ, ਸਾਡੀ ਬਿਰਤੀਆਂ ਇਕਾਗਰ ਕਰਨਾ। ਆਓ ਅਰਦਾਸ ਬੇਨਤੀ ਕਰਦੇ ਹਾਂ। ਸਾਰੇ ਗੁਰੂ ਕੇ ਪਿਆਰੇ ਸ਼ਰਧਾ ਸਤਿਕਾਰ ਨਾਲ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਜਿਉ ਜਿਉ ਤਰਹਿ ਧਿਆਨ ਕੋ, ਤਿਉ ਤਿਉ ਤੁਨ ਵਧ ਜਾਏ। ਉਹ ਰੱਬ ਦੇ ਪਿਆਰੇ ਜਿਵੇਂ ਜਿਵੇਂ ਧਿਆਨ ਧਾਰਨ ਕਰਦੇ ਹਨ, ਆਪਣੇ ਸਰੂਪ ਦਾ ਧਿਆਨ ਚੜਾਉਂਦੇ ਹਨ, ਫਿਰ ਉਤਾਰਦੇ ਹਨ, ਫਿਰ ਚੜਾਉਂਦੇ, ਫਿਰ ਉਤਾਰਦੇ। ਜਿਵੇਂ ਜਿਵੇਂ ਧਿਆਨ ਪਰਪੱਕ ਹੋਈ ਜਾਂਦਾ ਹੈ ਨਾ, ਪਹਿਲਾਂ 1 ਮਿੰਟ, ਫਿਰ 1.5 ਮਿੰਟ, ਫਿਰ 2 ਮਿੰਟ, ਫਿਰ 2.5 ਮਿੰਟ, ਇਤਨਾ ਹੁੰਦਾ ਹੈ। ਕਈ ਵਾਰੀ ਤਾਂ 2-2 ਸੈਕਿੰਡ ਵੀ ਧਿਆਨ ਜੁੜ ਜਾਂਦਾ ਹੈ। ਇਹ ਵੀ ਬੜਾ ਹੁੰਦਾ ਹੈ। ਕਈ ਵਾਰੀ ਰੱਬ ਆਪੇ ਹੀ ਗੁਰਸਿੱਖਾਂ ਦਾ ਧਿਆਨ ਉੱਤੇ ਹੋਰ ਲੈ ਜਾਂਦਾ ਹੈ। ਜਿਤਨਾ ਪਾਤਸ਼ਾਹ ਕਿਰਪਾ ਕਰਦਾ ਹੈ ਅਕਾਲ ਪੁਰਖ ਵਾਹਿਗੁਰੂ, ਉਤਨਾ ਉਹਨਾਂ ਦਾ ਧਿਆਨ ਪਰਪੱਕ ਹੋਈ ਜਾਂਦਾ ਹੈ।
ਜਿਵੇਂ ਜਿਵੇਂ ਧਿਆਨ ਉੱਤੇ ਲਾਈ ਜਾਂਦੇ ਹਨ ਤੇ ਉਹਨਾਂ ਪਿਆਰਿਆਂ ਨੂੰ ਅਨਹਦ ਧੁਨੀ ਉਹ ਹੋਰ ਇੱਕ ਰਸ ਵੀ ਸੁਣਾਈ ਦਿੰਦੀ ਹੈ। ਅਨਹਦ ਇੱਕ ਰਸ, ਆਪੇ ਆਪ ਵਜਾਏ ਹੋਏ ਬਾਜੇ ਜਿਹੜੇ ਅੰਦਰ ਵੱਜਦੇ ਹਨ, ਉਹਨਾਂ ਪਿਆਰਿਆਂ ਨੂੰ ਉਹੀ ਸੁਣਾਈ ਦਿੰਦੇ ਹਨ। ਖਸ਼ਟ ਅੰਗ ਹੈ ਯੋਗ ਕਾ, ਧਿਆਨ ਤਰਤ ਸੁਖ ਪਾਏ। ਉਹ ਜਿਹੜਾ ਫਿਰ ਧਿਆਨ ਧਾਰਨ ਕਰਦੇ ਉਹ 6ਵਾਂ ਅੰਗ ਹੈ ਯੋਗ ਦਾ। ਉਹ ਧਿਆਨ ਧਾਰਨ ਕਰਦਿਆਂ ਗੁਰੂ ਕੇ ਪਿਆਰੇ, ਰੱਬ ਦੇ ਪਿਆਰੇ, ਸੰਤ ਮਹਾਤਮਾ, ਤਤ ਵੇਤੇ ਮਹਾਂਪੁਰਖ, ਜੋਗੀ ਪੁਰਖ ਉਸ ਧਿਆਨ ਵਿੱਚ ਹੀ ਆਤਮਮਈ ਸੁਖ ਦੀ ਪ੍ਰਾਪਤੀ ਕਰਦੇ ਹਨ। ਜੋ ਪਈ ਦ્વੈ ਪ੍ਰਕਾਰ ਕੋ ਲਖੋ ਸੋ ਧਿਆਨਾ। ਗੁਰੂ ਨਾਨਕ ਪਾਤਸ਼ਾਹ ਕਹਿੰਦੇ, ਰਾਜਾ ਜੀ, ਇਹ ਰਾਜਨ, 2 ਪ੍ਰਕਾਰ ਦਾ ਧਿਆਨ ਜਾਣੋ। ਧਿਆਨ ਨੂੰ 2 ਭਾਗਾਂ 'ਚ ਵੰਡਿਆ ਹੋਇਆ ਹੈ। ਉਹ ਧਿਆਨ 2 ਤਰ੍ਹਾਂ ਦਾ ਜਾਣੋ ਜੀ। ਬਾਹੇ ਕਾ ਅੰਤਰੀਕ ਬਖਾਨਾ। ਇੱਕ ਬਾਹਰੀ ਧਿਆਨ ਹੈ, ਅੱਖਾਂ ਖੋਲ ਕੇ ਬਾਹਰੀ ਧਿਆਨ ਲਗਾਣਾ, ਇਹ ਬਾਹਰੀ ਧਿਆਨ ਹੈ। ਦੂਜਾ ਅੰਤਰੀਵ ਧਿਆਨ, ਅੰਤਰ ਧਿਆਨ, ਉਹ ਕਿਹੜਾ ਹੈ ਉਹ ਵੀ ਦੱਸਣਗੇ ਅੱਗੇ ਖਾਲਸਾ ਜੀ। ਜਿੱਥੇ ਅੱਖਾਂ ਬੰਦ ਉਹ ਗੁਰੂ ਕੇ ਪਿਆਰੇ ਆਪਣੇ ਆਤਮ ਸਰੂਪ ਵਿੱਚ ਜਾਂਦੇ ਹਨ। ਇੱਕ ਬਾਹਰੀ ਧਿਆਨ ਹੈ, ਦੂਜਾ ਅੰਤਰੀਵ ਧਿਆਨ ਹੈ। ਵਿਸ਼ਨ ਚਤੁਰ ਪੁਜ ਕੋ ਜੋ ਧਿਆਨਾ। ਜਿਹੜਾ ਬਾਹਰੀ ਧਿਆਨ ਹੈ, ਹੁਣ ਫਰਮਾਨ ਕਰਦੇ ਹਨ ਕਿ ਇਹ ਰਾਜਨ, ਜਿਵੇਂ ਹਿੰਦੂ ਮਤ ਵਿੱਚ, ਵੈਦਿਕ ਮਤ ਵਿੱਚ ਵਿਸ਼ਨੂੰ ਦਾ ਧਿਆਨ ਲਗਾਉਣਾ ਹੈ, ਕਿਸੇ ਮੂਰਤੀ ਦਾ ਧਿਆਨ ਲਗਾਉਣਾ ਹੈ, ਬ੍ਰਹਮਾ ਦਾ ਧਿਆਨ ਲਗਾਉਣਾ ਹੈ, ਕੋਈ ਫੋਟੋ ਦਾ ਧਿਆਨ ਲਗਾਉਂਦੇ ਹਨ, ਕੋਈ ਕੀ ਧਿਆਨ ਲਗਾਉਂਦੇ ਹਨ। ਸਾਹਮਣੇ ਕੋਈ ਮੂਰਤੀ ਪਈ ਹੈ, ਉਹਨੂੰ ਦੇਖ ਦੇਖ ਕੇ ਬਿਰਤੀ ਕਾਗਰ ਕਰਨੀ, ਇਹ ਧਿਆਨ ਹੈ ਖਾਲਸਾ ਜੀ। ਸਾਰੇ ਪਾਸੋਂ ਆਪਣੀ ਸੁਰਤੀ ਬਿਰਤੀ ਤੋੜ ਕੇ ਇੱਕ ਪਾਸੇ ਜੋੜਨੀ, ਇਹ ਧਿਆਨ ਹੈ। ਇਹ ਬਾਹਰੀ ਧਿਆਨ ਹੈ ਵੀ ਕੋਈ ਸਾਹਮਣੇ ਰੱਬ ਦਾ ਪਿਆਰਾ ਖੜਾ ਹੈ, ਗੁਰਸਿੱਖ ਵੀ, ਉਹਦੇ ਸਰੂਪ ਦਾ ਧਿਆਨ ਲਗਾ ਲੈਣਾ, ਬਾਹਰੀ ਸਰੂਪ ਦਾ। ਕੋਈ ਨਿਹੰਗ ਸਿੰਘ ਹੈ, ਮਹਾਕਾਲ ਹੈ, ਕੋਈ ਤਤਵੇਤਾ ਮਹਾਂਪੁਰਖ ਹੈ, ਉਹਦਾ ਧਿਆਨ ਲਗਾ ਲੈਣਾ, ਇਹ ਬਾਹਰੀ ਧਿਆਨ ਹੈ ਕਿ ਬਾਹਰੀ ਸਰੂਪ ਦਾ ਧਿਆਨ ਲਗਾਉਣਾ। ਕਈ ਰੱਬ ਦੇ ਪਿਆਰੇ ਗੁਰੂ ਨਾਨਕ ਪਾਤਸ਼ਾਹ ਦੀ ਫੋਟੋ ਦਾ ਧਿਆਨ ਲਗਾਉਂਦੇ ਹਨ, ਬੁਰਾ ਨਹੀਂ, ਉਹ ਬਿਰਤੀ ਤਾਂ ਇਕਾਗਰ ਹੋ ਰਹੀ, ਕੁਛ ਤਾਂ ਜੁੜ ਰਿਹਾ ਹੈ। ਅੱਜ ਫੋਟੋ ਨਾਲ ਜੁੜੇਗਾ, ਕੱਲ ਆਤਮ ਸਰੂਪ ਵੱਲ ਜਾਵੇਗਾ, ਇੱਕਦਮ ਕੋਈ ਅੰਦਰ ਤਾਂ ਨਹੀਂ ਜਾ ਸਕਦਾ ਖਾਲਸਾ ਜੀ। ਉਹ ਵੱਖ-ਵੱਖ ਜਿਹਦੀ ਅਵਸਥਾ ਹੈ ਉੱਥੇ ਪਹੁੰਚੇਗਾ। ਉਹ ਕੋਈ ਕਿਹਦਾ ਧਿਆਨ ਲਗਾਉਂਦਾ ਹੈ, ਕੋਈ ਕਿਹਦਾ ਧਿਆਨ ਲਗਾਉਂਦਾ ਹੈ। ਇਹਨਾਂ ਅੱਖਾਂ ਨੂੰ ਖੋਲ ਕੇ, ਇਹਨਾਂ ਨੇਤਰਾਂ ਰਾਹੀਂ ਜਿਹੜੀ ਬਿਰਤੀ ਖਾਲਸਾ ਜੀ ਬਾਹਰੋਂ ਦੇਖਣੀ ਹੈ, ਫਿਰ ਉਸ ਨੂੰ ਅੰਦਰ ਲੈ ਜਾਣਾ ਹੈ। ਪਹਿਲਾ ਬਾਹਰੀ ਧਿਆਨ ਇਹ ਲਗਾਉਣਾ ਹੈ। ਸੋ ਬਾਹਰ ਕਾ ਜਾਨ ਸੁਜਾਨਾ। ਐ ਸਿਆਣਿਆ, ਐ ਸਿਆਣੇ ਰਾਜਨ, ਐ ਰਾਜਾ ਸ਼ਿਵਨਾਭ, ਇਹ ਬਾਹਰੀ ਧਿਆਨ ਜਾਣੋ ਨੂੰ। ਇਹ ਬਾਹਰ ਦਾ ਧਿਆਨ ਹੈ ਕਿ ਬਾਹਰੋਂ ਸਾਰੇ ਪਾਸੋਂ ਚਿਰਤੀ ਬਿਰਤੀ ਕਾਗਰ ਕਰਨੀ ਹੈ। ਅੱਖੋ ਸਤਨਾਮ ਸ੍ਰੀ ਵਾਹਿਗੁਰੂ। ਹੁਣ ਸਾਡਾ ਬਾਹਰੀ ਧਿਆਨ ਨਹੀਂ ਇਕੱਠਾ ਹੁੰਦਾ ਕਦੀ ਦਾ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਦਰਸ਼ਨ ਕਰਦੇ ਆ, ਧਿਆਨ ਹੋਰ ਪਾਸੇ ਲੰਘ ਜਾਂਦਾ। ਇਹ ਵੀ ਤਾਂ ਦਰਸ਼ਨ ਪਾਤਸ਼ਾਹ ਦੇ ਬਾਹਰੀ ਧਿਆਨ ਹਨ। ਪਾਤਸ਼ਾਹ ਦੇ ਸਰੂਪ ਦਾ ਧਿਆਨ ਲਗਾਉਣਾ, ਨੇਤਰ ਦਰਸ਼ਨ ਕਰਨੇ, ਇਹ ਬਾਹਰੀ ਧਿਆਨ ਹਨ। ਜਦੋਂ ਕੋਈ ਸ਼ਬਦ ਸੁਣਦਾ ਹੈ, ਉਹਦਾ ਰਸ ਮਾਣਦਾ ਹੈ, ਉਹ ਅੰਤਰੀਵ ਧਿਆਨ ਹਨ ਕਿ ਇਹ ਰਾਜਨ, ਇਹ ਬਾਹਰੀ ਧਿਆਨ ਹੈ, ਇਹਨੂੰ ਜਾਣੋ। ਗੁਰ ਕੇ ਸ਼ਬਦ ਵਿਖੇ ਜੋ ਜੋਰਾ। ਫਿਰ ਇਸ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਬਾਣੀ ਦਾ ਜੋ ਸ਼ਬਦ ਹੈ, ਜੋ ਗੁਰੂ ਦਾ ਉਪਦੇਸ਼ ਹੈ, ਉਸ ਵਿੱਚ ਆਪਣੀ ਬਿਰਤੀ ਜੋੜਨੀ ਹੈ। ਹੁਣ ਪਹਿਲਾਂ ਤਾਂ ਬਾਹਰੇ ਪਾਵਨ ਸਰੂਪ ਦਾ ਧਿਆਨ ਕਿ ਪਾਤਸ਼ਾਹ ਦੇ ਸੋਹਣੇ ਰੁਮਾਲੇ ਹਨ, ਬਹੁਤ ਸੁੰਦਰ ਸਰੂਪ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ। ਇਹਨਾਂ ਨੇਤਰਾਂ ਦੁਆਰਾ ਇਹ ਦਰਸ਼ਨ ਕਰਨੇ। ਫਿਰ ਜੋ ਬਾਣੀ ਦਾ ਸ਼ਬਦ ਹੈ, ਗੁਰਬਾਣੀ ਦਾ ਕੋਈ ਵੀ ਸ਼ਬਦ ਹੈ, ਉਹਦਾ ਭਾਵ,
ਉਹਦਾ ਰਸ ਮਾਣਨਾ, ਉਸ ਵਿੱਚ ਆਪਣੀ ਬਿਰਤੀ ਨੂੰ ਜੋੜਨਾ ਹੈ। ਨਾਭੀ ਹਿਰਦੈ ਕੀ ਨਾਸਾ ਓਰਾ। ਕਈ ਨਾਭੀ ਦਾ ਧਿਆਨ ਲਗਾਉਂਦੇ, ਕਈ ਹਿਰਦੇ ਦਾ ਧਿਆਨ ਲਗਾਉਂਦੇ, ਕਈ ਨਾਸਕਾਂ, ਇਹ ਜਿਹੜੇ ਨੱਕ ਹਨ, ਨੱਕ ਵੱਲ ਆਪਣੀ ਧਿਆਨ ਸੁਰਤੀ ਲੈ ਜਾਂਦੇ। ਨਾਭੀ ਕੀ ਹੈ? ਜਿੱਧਰੋਂ ਸਵਾਸ ਆ ਰਹੇ ਹਨ, ਵਾਹਿਗੁਰੂ, ਅੰਦਰੋਂ ਜਿੱਥੋਂ ਉੱਠਦੇ ਨਾ ਉੱਥੋਂ ਧਿਆਨ ਲਗਾਉਂਦੇ। ਕਈ ਜਿੱਥੋਂ ਲੰਘ ਕੇ ਜਾ ਰਹੇ ਹਿਰਦੇ ਵਿੱਚੋਂ ਉਹਦਾ ਧਿਆਨ ਲਗਾਉਂਦੇ। ਕੋਈ ਕਈ ਇਹ ਨਾਸਕਾ ਦਾ ਧਿਆਨ ਲਗਾਉਂਦੇ ਹਨ ਕਿ ਜਿੱਥੋਂ ਖਾਲਸਾ ਸਾਡੇ ਸਾਹ ਇਧਰੋਂ ਵੀ ਬਾਹਰ ਆਉਂਦੇ ਹਨ। ਕਈ ਇਹਦਾ ਧਿਆਨ ਲਗਾਉਂਦੇ ਹਨ। ਕੈ ਭੂਕੇ ਕੈ ਦਸਵੇਂ ਦਵਾਰਾ। ਖਾਲਸਾ ਜੀਓ, ਇਹ ਅੱਖਾਂ ਦੇ ਉੱਤੇ ਜਿਹੜੇ ਪ੍ਰਵੱਟੇ ਹਨ, ਮਸਤਕ ਹੈ, ਉਹਦਾ ਧਿਆਨ ਲਗਾਉਣਾ। ਕਈ ਇਹਦੇ ਅੰਦਰ ਜਿਹੜਾ 10ਵਾਂ ਦਵਾਰ ਹੈ, ਦਸਮ ਦਵਾਰਾ ਅਗਮ ਅਪਾਰਾ ਪਰਖ ਪੁਰਖ ਕੀ ਘਾਟੀ, ਜਿਹੜਾ ਬੰਦ ਹੈ, ਬਾਰ ਬਾਰ ਉਹਦੇ ਵੱਲ ਆਪਣੀ ਸੁਰਤੀ ਬਿਰਤੀ ਲਗਾਉਂਦੇ ਹਨ। ਧਰੇ ਅਨਾਹਦ ਧੁਨ ਕੈ ਤਾਰਾ। ਫਿਰ ਦਸਮ ਦਵਾਰ ਦੇ ਅੰਦਰ ਜਿਹੜੇ ਪਰਪੱਕ ਜੋਗੀ ਹਨ, ਸੰਤ ਮਹਾਤਮਾ ਹਨ, ਸ਼ਾਂਤ ਰਸ ਵਾਲੇ ਪੁਰਖ ਹਨ, ਉਹ ਉਸ ਸਮਾਧੀ ਵਿੱਚ, ਅਜੇ ਸਮਾਧੀ ਤੋਂ ਪਹਿਲਾਂ ਦੀ ਅਵਸਥਾ ਹੈ, ਧਿਆਨ, ਜਿਹੜਾ 10ਵੇਂ ਦਵਾਰ ਜਾ ਕੇ ਅਨਹਦ ਧੁਨ, ਅਨਾਹਤ ਧੁਨ, ਉਹਦੇ ਵਿੱਚ ਆਪਣੀ ਸੁਰਤੀ ਨੂੰ ਜੋੜਨਾ। ਇਹ ਜੋੜਨਾ ਧਿਆਨ ਹੈ ਜੀ, ਅਜੇ ਸਮਾਧੀ ਲੱਗੀ ਨਹੀਂ, ਅਜੇ ਜੋੜਨਾ ਧਿਆਨ ਹੈ। ਉਹ ਜੋੜ ਰਹੇ ਹਨ, ਉਹਦਾ ਧਿਆਨ ਲਗਾ ਰਹੇ ਹਨ। ਜਬੇ ਅਨਾਹਦ ਧੁਨ ਖੁੱਲ ਜਾਵੇ। ਜਦੋਂ ਅਨਾਹਤ ਧੁਨ, ਅਨਹਦ, ਜਿਹਦੀ ਕੋਈ ਹੱਦਬੰਦੀ ਨਹੀਂ, ਅਨਹਤ, ਜਿਹੜੀ ਬਿਨਾਂ ਵਜਾਏ ਆਪਣੇ ਆਪ ਅੰਦਰ ਵੱਜਦੀ ਹੋਵੇ, ਉਹਨੂੰ ਕਹਿੰਦੇ ਅਨਾਹਦ। ਉਹ ਅਨਾਹਤ ਧੁਨ ਜਦੋਂ ਆਪਣੇ ਆਪ ਅੰਦਰੋਂ ਖੁੱਲ ਜਾਂਦੀ ਗੁਰੂ ਕਿਰਪਾ ਦੁਆਰਾ, ਆਪਣੇ ਆਪ ਫਿਰ ਉਹਨਾਂ ਨੂੰ ਸਾਰੀਆਂ ਆਵਾਜ਼ਾਂ ਵਿੱਚ ਇੱਕ ਰੱਬ ਦੀ ਆਵਾਜ਼ ਆਉਂਦੀ ਹੈ। ਜੋ ਬੋਲਤ ਹੈ ਮਿਰਗਬੀਨ ਪੰਖੇਰੂ, ਸੋ ਬਿਨ ਹਰ ਜਾਪਤ ਹੈ ਨਹੀਂ ਹੋਰ। ਜਿਤਨੇ ਪਸ਼ੂ ਪੰਛੀ, ਮੱਛੀ ਆਦਿਕ, ਹਵਾ ਦੀ ਆਵਾਜ਼, ਅੱਗ ਦੀ ਆਵਾਜ਼, ਜਿਹੜੀ ਵੀ ਆਵਾਜ਼ ਹੈ, ਉਹ ਸਾਰੀ ਆਵਾਜ਼ਾਂ 'ਚ ਇੱਕ ਰਸ ਰੱਬ ਦਾ ਸ਼ਬਦ ਹੀ ਸੁਣਦੇ ਹਨ। ਖਾਲਸਾ ਜੀ, ਉਹ ਧਿਆਨ ਉੱਥੇ ਰੱਖਦੇ ਹਨ, ਸ਼ਬਦ ਵੱਲ। ਭਾਵੇਂ ਕੋਈ ਵੀ ਆਵਾਜ਼ ਆਵੇ, ਉਹਨਾਂ ਦਾ ਧਿਆਨ ਕੇਵਲ ਵਾਹਿਗੁਰੂ ਸ਼ਬਦ ਵਿੱਚ ਹੈ। ਅਖੀਰ ਤੇ ਇਹ ਵੀ ਖਤਮ ਹੋ ਜਾਏਗਾ। ਖਾਲਸਾ ਜੀ, ਅੱਖੋ ਸਤਨਾਮ ਸ੍ਰੀ ਵਾਹਿਗੁਰੂ। ਅਖੀਰ ਤੇ ਵਾਹਿਗੁਰੂ ਵੀ ਲੀਨ ਹੋ ਜਾਣਾ ਹੈ। ਉਹ ਇਸ ਤੋਂ ਵੀ ਅੱਗੇ ਪਹੁੰਚ ਜਾਂਦੇ ਹਨ। ਕਿਦੋਂ ਜੋਤ ਕੋ ਧਿਆਨ ਲਗਾਵੇ। ਜਿੱਥੇ ਜੋਤ ਹੈ ਉੱਥੇ ਸ਼ਬਦ ਤਾਂ ਰਿਹਾ ਹੀ ਨਹੀਂ। ਜੋਤ ਵਿੱਚ ਤਾਂ ਸ਼ਬਦ ਹੈ ਹੀ ਨਹੀਂ। ਜੋ ਪ੍ਰਕਾਸ਼ ਰੂਪ ਅਕਾਲ ਪੁਰਖ ਹੈ, ਅੰਦਰ ਮਨੁੱਖ ਦੇ ਜੋਤ ਹੈ, ਉਹ ਜੋਤ ਦਾ ਧਿਆਨ ਲਗਾਉਂਦੇ ਹਨ। ਕਿਦੋਂ? ਜਾਂ ਉਹ ਰੱਬ ਦੇ ਪਿਆਰੇ ਆਪਣੇ ਸਰੂਪ ਦਾ ਧਿਆਨ ਲਗਾਉਂਦੇ ਹਨ। ਇਹ ਅੰਤਰਿਕ ਮਨ ਮੈਂ ਪਹਿਚਾਨੇ। ਤੇ ਇਹ ਹੈ ਅੰਤਰੀਵ ਧਿਆਨ, ਅੰਦਰਲਾ ਧਿਆਨ ਲਗਾਉਣਾ। ਇੱਕ ਬਾਹਰੀ ਧਿਆਨ, ਇੱਕ ਅੰਦਰੀਵ ਧਿਆਨ ਹੈ। ਅੰਦਰ ਜਿਹੜਾ ਨਹੀਂ ਵਿਖਦਾ ਉਹਦਾ ਧਿਆਨ ਲਗਾਉਣਾ। ਬਾਹਰੀ ਜਿਹੜਾ ਅਸਥੂਲ ਪਸਾਰਾ ਹੈ ਉਹਦਾ ਬਾਹਰੀ ਧਿਆਨ ਹੈ। ਸੂਖਮ ਪਸਾਰਾ ਹੈ ਜਿਹੜਾ ਅੰਦਰਲਾ, ਉਹ ਖਾਲਸਾ ਅੰਦਰੀਵ ਧਿਆਨ ਹੈ। ਕਿ ਅੰਦਰੋਂ ਜਿਹੜੀ ਆਵਾਜ਼ ਆ ਰਹੀ ਹੈ, ਸਾਹ ਆ ਰਿਹਾ, ਸਾਹ ਨੂੰ ਪਕੜਨਾ ਪੈਂਦਾ ਹੈ। ਇੱਕ ਇੱਕ ਸਾਹ ਨੂੰ ਪਕੜਨਾ ਪੈਂਦਾ ਹੈ ਗੁਰਸਿੱਖਾਂ ਨੂੰ। ਸਾਹ ਸਾਹ ਸਿਮਰੋ ਗੋਬਿੰਦ, ਸਾਹ ਨੂੰ ਪਕੜ ਕੇ ਵਾਹਿਗੁਰੂ ਜਪਣਾ ਪੈਂਦਾ ਹੈ। ਇਹ ਵੀ ਧਿਆਨ ਹੈ। ਹੁਣ ਜਿਹੜੀ ਕਥਾ ਹੋ ਰਹੀ ਹੈ, ਇਹਨੂੰ ਪਕੜਨਾ, ਇਹ ਵੀ ਧਿਆਨ ਹੈ। ਕਥਾ ਦਾ ਇੱਕ ਇੱਕ ਸ਼ਬਦ ਪਕੜਨਾ, ਇਹ ਵੀ ਤਾਂ ਧਿਆਨ ਹੈ। ਗੁਰਬਾਣੀ ਦਾ ਮੁੱਖ ਵਾਕ ਹੋ ਰਿਹਾ ਹੈ,
ਜਿੱਥੇ ਬੈਠੇ ਹੋ ਉੱਥੇ ਬੈਠ ਕੇ ਸੁਣਨਾ ਉਹ ਵੀ ਧਿਆਨ ਹੈ। ਨਿਤਨੇਮ ਸਵੇਰੇ ਜਾਪ ਕਰਦੇ ਹਾਂ, ਜਪਜੀ ਸਾਹਿਬ, ਜਾਪ ਸਾਹਿਬ, ਸੋਈਏ, ਚੌਪਈ ਸਾਹਿਬ, ਆਨੰਦ ਸਾਹਿਬ, ਸੁਖਮਨੀ ਸਾਹਿਬ, ਜੋ ਵੀ ਕੋਈ ਜਾਪ ਕਰਦਾ ਹੈ, ਉਹ ਜਿਹੜਾ ਉਹ ਜਪਦਾ ਹੈ ਉਹਨੂੰ ਸੁਣਨਾ, ਉਹਨੂੰ ਪਕੜਨਾ, ਉਹ ਧਿਆਨ ਹੈ। ਜਿਤਨਾ ਧਿਆਨ ਪ੍ਰਪੁੱਗ ਹੋਵੇਗਾ ਉਤਨਾ ਉਹਦੀ ਬਿਰਤੀ ਸੂਖਮ ਹੋਵੇਗੀ ਖਾਲਸਾ ਜੀਓ। ਤੇ ਇਹ ਰਾਜਨ ਇਹ ਅੰਦਰੀਵ ਧਿਆਨ ਹੈ ਕਿ ਜਿਹੜਾ ਸੂਖਮ ਧਿਆਨ ਹੈ, ਅੰਤਰੀਵ ਧਿਆਨ, ਇਹ ਜਾਣੋ। ਸਪਤਮ ਅੰਗ ਧਾਰਨਾ ਮਾਨੇ। ਸਤਵਾਂ ਅੰਗ ਹੈ ਧਾਰਨਾ। ਧਿਆਨ ਤੋਂ ਬਾਅਦ ਉਹਨੂੰ ਪ੍ਰਪੱਕਤਾ ਵਿੱਚ ਲੈ ਜਾਣਾ, ਇਹ ਸਤਵਾਂ ਅੰਗ ਹੈ, ਇਹਨੂੰ ਜਾਣੋ। ਤੇ ਪ੍ਰਤੀਬੰਧ ਸੰਕਲਪ ਉਠਾਵਨ। ਤੇ ਜਿਹੜਾ ਧਿਆਨ ਲੱਗ ਰਿਹਾ ਵਿੱਚ ਰੁਕਾਵਟਾਂ ਬੜੀਆਂ ਹੁੰਦੀਆਂ। ਬੰਦਾ ਪਾਠ ਕਰਦਾ ਸਵੇਰੇ ਸਵੇਰੇ, ਉਬਾਸੀਆਂ ਬੜੀਆਂ ਆਉਂਦੀਆਂ, ਨੀਂਦ ਆਉਂਦੀ ਏ, ਰੁਕਾਵਟਾਂ ਪੈਂਦੀ। ਪ੍ਰਤੀਬੰਧ ਕਹਿੰਦੇ ਰੁਕਾਵਟਾਂ, ਰੋਕਣ ਵਾਲੇ ਬਹੁਤ ਆਉਂਦੇ ਹਨ। ਉਸ ਰੁਕਾਵਟ ਨੂੰ ਦੂਰ ਕਰਨਾ ਹੈ। ਜਿਹੜੀ ਰੁਕਾਵਟਾਂ ਪੈਂਦੀਆਂ ਨਾ ਉਹਨੂੰ ਦੂਰ ਕਰਨਾ, ਇਹ ਧਿਆਨ ਵਿੱਚ ਧਾਰਨਾ ਲੈ ਜਾਣੀ ਹੈ। ਧਿਆਨ ਤੋਂ ਅੱਗੇ ਕਿ ਜਿਹੜਾ ਕੋਈ ਧਿਆਨ ਧਾਰਨ ਕਰਦਾ ਹੈ ਉਸ ਤੋਂ ਬਾਅਦ ਉਹ ਧਾਰਨਾ ਵੀ ਜਿਹੜੀ ਰੁਕਾਵਟਾਂ ਆਉਂਦੀਆਂ ਉਸ ਵੱਲ ਧਿਆਨ ਰੱਖਣਾ ਹੈ। ਤੇ ਪੁਨ ਪੁਨ ਮਨੇ ਹਟਾਵਨ। ਉਸ ਤੋਂ ਪੁਨ ਮੋੜ ਕੇ ਜਿਹੜੇ ਸੰਕਲਪ ਉੱਠਦੇ ਹਨ, ਪਾਠ ਕਰਦਿਆਂ ਸੰਕਲਪ ਉੱਠ ਗਿਆ ਕਿ ਮੈਨੂੰ ਇਹ ਚੀਜ਼ ਮਿਲ ਜਾਵੇ। ਜਿਵੇਂ ਭਾਈ ਗੋਪਾਲਾ ਜੀ ਜਪਜੀ ਸਾਹਿਬ ਦਾ ਪਾਠ ਕਰ ਰਹੇ ਸਨ, ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਦੇ ਸਮੇਂ ਪਾਤਸ਼ਾਹ ਨੇ ਆਪਣੇ ਤੋਂ ਉੱਚਾ ਆਸਣ ਲਵਾਤਾ। ਅਖੀਰ ਤੇ ਮਨ ਵਿੱਚ ਫੁਰਨਾ ਆ ਗਿਆ। ਫੁਰਨਾ ਕਹਿੰਦੇ ਸੰਕਲਪ, ਖਿਆਲ, ਅੰਦਰੋਂ ਹੀ ਖਿਆਲ ਆ ਜਾਣਾ। ਉਹ ਧਿਆਨ ਵਿੱਚੋਂ ਖਿਆਲ ਆਇਆ, ਧਿਆਨ ਲਗਾਇਆ ਸੀ, ਧਿਆਨ ਵਿੱਚੋਂ ਦੂਜਾ ਧਿਆਨ ਬਾਹਰ ਆ ਗਿਆ, ਉਹਨੂੰ ਕਹਿੰਦੇ ਸੰਕਲਪ। ਵਿੱਚ ਤੋਂ ਵਿੱਚ ਹੋਰ ਅੱਗੇ ਆਈ ਜਾਣਾ। ਇਹ ਜਿਹੜਾ ਸੰਕਲਪ ਉੱਠਦਾ ਉਹਨੂੰ ਰੋਕਣਾ ਹੈ, ਇਹ ਧਾਰਨਾ ਹੈ। ਕਿ ਭਾਈ ਸਾਹਿਬ ਦਾ ਧਿਆਨ ਸੰਕਲਪ ਉੱਠਿਆ ਕਿ ਜਿਹੜਾ ਘੋੜਾ ਭਾਈ ਬਿਧੀ ਚੰਦ ਲੈ ਕੇ ਆਏ ਨਾ, ਜਾਂ ਜਿਹੜਾ ਗੁਰੂ ਕੇ ਪਿਆਰੇ 5 ਘੋੜੇ ਲੈ ਕੇ ਘੋੜਾ ਮੈਨੂੰ ਮਿਲ ਜਾਵੇ, ਉਹ ਧਿਆਨ ਘੋੜੇ ਵੱਲ ਚਲਾ ਗਿਆ। ਉਹ ਸੰਕਲਪ ਹੈ ਖਾਲਸਾ ਜੀ। ਉਹ ਸੰਕਲਪ ਨੂੰ ਮੁੜ ਕੇ ਪੁਨः ਰੋਕਣਾ ਹੈ। ਧਿਆਨ ਉੱਠਦੇ ਬੰਦੇ ਪਾਠ ਕਰਦੇ ਜਪਜੀ ਸਾਹਿਬ ਦਾ, ਉੱਥੇ ਜਾਣਾ, ਉਹ ਕੰਮ ਕਰਨਾ, ਉਹ ਬਾਰ-ਬਾਰ ਰੋਕਣਾ ਇਹਨੂੰ। ਫਿਰ ਨਿਤਨੇਮ ਕਰਦੇ ਹਾਂ, ਜਿਹੜੇ ਧਿਆਨ ਵਿੱਚ ਬੈਠਦੇ ਹਨ ਰੱਬ ਦੇ ਪਿਆਰੇ, ਅੱਖਾਂ ਬੰਦ ਕਰਕੇ ਕੋਈ ਸਾਧੂ ਮਹਾਂਪੁਰਖ ਗੁਰਸਿੱਖ ਬੈਠਦੇ ਹਨ, ਅੰਦਰੋਂ ਅੰਦਰ ਕਈ ਫੁਰਨੇ ਆਉਂਦੇ ਹਨ। ਜਿਹੜਾ ਫੁਰਨਾ ਆਇਆ ਉਹਨੂੰ ਉੱਥੇ ਦਬਾ ਲਓ, ਫਿਰ ਉੱਠੇਗਾ, ਫਿਰ ਦਬਾ ਲਓ। ਉਹ ਬਾਰ-ਬਾਰ ਵਾਹਿਗੁਰੂ ਦਾ ਜਾਪ ਕਰੀ ਜਾਓ। ਜਿਤਨਾ ਜ਼ੋਰ ਕੇ ਪਾਠ ਕਰਾਂਗੇ, ਆਤਮ ਰਸ ਟਿਕਾ ਜਾ ਕਰਾਂਗੇ, ਉਤਨਾ ਟਿਕੇਗਾ ਖਾਲਸਾ ਜੀਓ। ਕੰਨਾਂ ਨੂੰ ਸੁਣਾਵਾਂਗੇ ਉਤਨਾ ਧਿਆਨ ਪ੍ਰਪੱਕ ਹੋਵੇਗਾ। ਧਿਆਨ ਵਿਖੇ ਜੋਰੇ ਠਹਿਰਾਵੇ। ਤੇ ਭਾਈ ਜਿਹੜਾ ਧਿਆਨ ਵਿੱਚ ਆਪਣੀ ਸੁਰਤੀ ਨੂੰ ਟਿਕਾਵੇ, ਉੱਥੇ ਬਾਰ-ਬਾਰ ਜੋੜੇ। ਯਹੀ ਧਾਰਨਾ ਨਾਮ ਕਮਾਵੇ। ਇਹੀ ਧਾਰਨਾ ਹੈ ਭਾਈ। ਮੁੜ ਕੇ ਮਨ ਖਿੰਡਦਾ ਹੈ, ਮੁੜ ਕੇ ਮਨ ਦੌੜਦਾ ਹੈ, ਇਹੀ ਧਿਆਨ ਹੈ, ਇਹਨੂੰ ਧਾਰਨਾ ਆਖਦੇ ਹਨ। ਜਬ ਮਨ ਠਹਿਰੇ ਹੋਏ ਅਡੋਲਾ। ਧਾਰਨਾ ਤੋਂ ਬਾਅਦ ਧਿਆਨ, ਧਾਰਨਾ, ਉਸ ਤੋਂ ਬਾਅਦ ਜਦੋਂ ਮਨ ਠਹਿਰ ਗਿਆ, ਪਹਿਲਾਂ ਧਿਆਨ ਲਗਾ ਰਿਹਾ ਕਿਸ ਚੀਜ਼ ਦਾ, ਬਾਹਰੀ ਜਾਂ ਅੰਤਰੀਵ ਧਿਆਨ। ਜਿੱਥੇ ਧਿਆਨ ਲਗਾਉਣਾ ਉੱਥੇ ਕਈ ਫਿਰ ਸੰਕਲਪ ਵਿਕਲਪ ਵੀ ਆਣੇ, ਬੁਰੇ ਖਿਆਲ ਵੀ ਆਉਂਦੇ। ਵਿਕਲਪ ਬੁਰੇ ਖਿਆਲ, ਸੰਕਲਪ ਚੰਗੇ ਖਿਆਲ ਵੀ ਆਉਂਦੇ। ਉਹ ਖਿਆਲ ਵੀ ਤਾਂ ਤੰਗ ਕਰਦੇ ਹਨ, ਉਹ ਵੀ ਤਾਂ ਵਿਘਨ ਪਾਉਣ ਵਾਲੇ ਹਨ। ਉਹਨਾਂ ਧਾਰਨਾ ਕੀ ਹੈ ਵੀ ਉਹਨਾਂ ਖਿਆਲਾਂ ਨੂੰ ਰੋਕਣਾ ਹੈ। ਕਿ ਜਿਹੜਾ ਧਿਆਨ ਧਾਰਨਾ ਵਿੱਚ ਪਰਪੱਕ ਹੋ ਗਿਆ ਤੇ ਖਾਲਸਾ ਜੀ ਫਿਰ ਉਦੋਂ ਬਾਅਦ ਤੈਂ ਕੋ ਨਾਮ ਸਮਾਦੇ ਅਡੋਲਾ। ਬਿਰਤੀ ਹੁਣ ਜੁੜ ਗਈ ਹੈ ਉੱਤੇ, ਧਾਰਨਾ 'ਚ ਉਹ ਲੀਨ ਹੋ ਗਿਆ ਹੈ। ਧਾਰਨਾ ਤੋਂ ਬਾਅਦ ਉਹਦੀ ਸੁਰਤੀ ਬਿਰਤੀ ਇਕਾਗਰ ਹੁੰਦੀ ਹੈ।
ਉਹਨੂੰ ਕਹਿੰਦੇ ਸਮਾਧ ਅਡੋਲਾ, ਅਡੋਲ ਸਮਾਧੀ ਹੈ। ਉਹ ਅਡੋਲ ਸਮਾਧੀ ਚ ਲੀਨ ਹੁੰਦਾ ਹੈ। ਸੋ ਸਮਾਧ ਹੈ ਉਬੇ ਪ੍ਰਕਾਰੀ। ਗੁਰੂ ਨਾਨਕ ਪਾਤਸ਼ਾਹ ਜੀ ਕਹਿਣਗੇ ਰਾਜਨ, ਉਹ ਸਮਾਧੀ ਵੀ ਉਬੇ ਕਹਿੰਦੇ ਦੋ ਤਰ੍ਹਾਂ ਦੀ ਹੈ। ਦੋ ਤਰ੍ਹਾਂ ਦੀ ਸਮਾਧੀ ਇਹ ਜਾਣੋ। ਨਿਰਵਿਕਲਪ ਸਾਕਲਪ ਉਚਾਰੀ। ਨਿਰਵਿਕਲਪ ਤੇ ਸਾ ਵਿਕਲਪ, ਇਹ ਦੋ ਤਰ੍ਹਾਂ ਦੀ ਹੈ। ਨਿਰਵਿਕਲਪ ਇਹਦਾ ਨਾਮ ਹੈ ਇੱਕ ਸਮਾਧੀ ਦਾ, ਦੂਜੇ ਦਾ ਨਾਮ ਹੈ ਸਾ ਵਿਕਲਪ, ਇਹ ਦੂਜਾ ਇਹ ਜਾਣੋ। ਦੋਹਰਾ ਧਿਆਤਾ ਧਿਆਨ ਜੋ ਤੇ ਜੋ ਪ੍ਰਿਥਕ ਪ੍ਰਿਥਕ ਇੱਕ ਜਾਨ। ਧਿਆਤਾ ਧਿਆਨ ਵਾਲਾ, ਧਿਆਨ ਜਿਹੜੀ ਸੁਰਤੀ, ਜਿਹੜਾ ਧਿਆਨ ਉਸ ਵੱਲ ਜਾ ਰਿਹਾ ਹੈ, ਤੇ ਜਿਹਦਾ ਬੰਦਾ ਧਿਆਨ ਲਗਾ ਰਿਹਾ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਿਸੇ ਰੱਬ ਦੇ ਪਿਆਰੇ ਨੇ ਆਪਣੀ ਜੋਤ ਦਾ ਧਿਆਨ ਲਗਾਇਆ। ਧਿਆਨ ਲਗਾਉਣ ਵਾਲਾ ਕੌਣ ਹੈ? ਰੱਬ ਦਾ ਪਿਆਰਾ, ਗੁਰਸਿੱਖ, ਨਾਮ ਰਸੀਆ। ਧਿਆਨ ਕਿਹਦਾ ਲਾ ਰਿਹਾ? ਆਪਣੀ ਜੋਤ ਦਾ। ਉਹ ਬਣ ਗਈ ਤੇ, ਧਿਆਤਾ ਧਿਆਨ ਵਾਲਾ, ਤੇ ਜੋਤ ਦਾ। ਜਿਹੜੀ ਉਹਦੀ ਸੁਰਤੀ ਅੰਦਰ ਜਾ ਰਹੀ ਹੈ ਸਮਾਧੀ ਰਾਹੀਂ, ਵੀ ਮੈਂ ਧਿਆਨ ਲਗਾ ਰਿਹਾ, ਉਹ ਮੈਂ ਹੈ ਧਿਆਤਾ। ਕਿਹਦਾ ਧਿਆਨ ਲਗਾਵਾਂ? ਆਪਣੀ ਜੋਤ ਦਾ, ਵੀ ਜੋਤ ਵਿੱਚ ਸਮਾ ਜਾਵਾਂ। ਉਹ ਜਿਹੜਾ ਧਿਆਤਾ ਤੋਂ ਲੈ ਕੇ ਤੇ ਤੱਕ ਜਿਹੜੀ ਕਹਿ ਲੋ ਇੱਕ ਪ੍ਰਕਿਰਿਆ ਹੋ ਰਹੀ, ਉਹਨੂੰ ਕਹਿੰਦੇ ਧਿਆਨ। ਜਿਵੇਂ ਕਹਿ ਲੋ ਅੱਖਾਂ ਰਾਹੀਂ ਅਸੀਂ ਤੁਹਾਨੂੰ ਵੇਖ ਰਹੇ ਹਾਂ, ਅੱਖਾਂ ਰਾਹੀਂ ਜਿਹੜੀ ਦ੍ਰਿਸ਼ਟੀ ਜਾ ਰਹੀ ਹੈ, ਕਿਸੇ ਨੂੰ ਵਸਤੂ ਨੂੰ ਵੇਖਦੀ ਹੈ, ਉਹ ਕੀ ਬਣ ਗਈ? ਉਹੀ ਦਾ ਦ੍ਰਿਸ਼ਟੀ ਖਾਲਸਾ ਜੀ। ਦ੍ਰਿਸ਼ਟਾ ਦ੍ਰਿਸ਼, ਦ੍ਰਿਸ਼ਟੀ, ਧਿਆਤਾ ਧਿਆਨ, ਤੇ ਗਿਆਤਾ ਗਿਆਨ, ਗੇ, ਪ੍ਰਮਾਤਾ ਪ੍ਰਮਾਨ, ਪ੍ਰਮੇ। ਇਹਨੂੰ ਤ੍ਰਿਪੁਟੀ ਕਹਿੰਦੇ ਹਨ ਯੋਗ ਸਾਧਨਾ ਵਿੱਚ। ਕਿ ਪਾਤਸ਼ਾਹ ਕਹਿਣਗੇ ਇਹ ਜਿਹੜੇ ਤਿੰਨ ਹਨ, ਤਿੰਨਾਂ ਨੂੰ ਇੱਕ ਕਰਨਾ ਹੈ। ਕਿ ਜਿਹੜਾ ਬੰਦਾ ਆਪਣੇ ਸਰੂਪ ਦਾ ਧਿਆਨ ਲਗਾ ਰਿਹਾ ਹੈ, ਵਾਹਿਗੁਰੂ ਵਾਹਿਗੁਰੂ ਜਪਦਾ, ਉਹ ਇਹ ਵੀ ਮੁਕਾ ਦੇਵੇ ਮੈਂ ਜਪ ਰਿਹਾ ਨਾ, ਇਹ ਧਿਆਤਾ ਵੀ ਮੁਕਾਣਾ ਹੈ। ਕਿ ਕਿਹਦਾ ਧਿਆਨ ਲਗਾ ਰਿਹਾ? ਮੈਂ ਤੂੰ ਦਾ ਭੇਦ ਜਿੱਥੇ ਮਿਟ ਜਾਵੇ, ਉੱਥੇ ਅੱਗੇ ਸਮਾਧੀ ਜੁੜਦੀ ਹੈ। ਸੋ ਸਾ ਵਿਕਲਪ ਕਹਿਤੇ ਜੋਗੀ ਪੁਰਖ ਸੁਜਾਨ। ਉਹਨੂੰ ਸਾ ਵਿਕਲਪ ਕਹਿੰਦੇ ਹਨ। ਜਿੱਥੇ ਕੋਈ ਰਹਿ ਜਾਵੇ ਧਿਆਨ ਦੀ ਬਿਰਤੀ, ਵੀ ਮੈਂ ਧਿਆਤਾ ਧਿਆਨ ਤੇ, ਕਿ ਇਹ ਵੱਖਰਾ ਵੱਖਰਾ ਜਾਣਨਾ, ਇਹਨੂੰ ਜੋਗੀ ਪੁਰਖ ਸਵਿਕਲਪ ਸਮਾਧੀ ਕਹਿੰਦੇ ਹਨ। ਚੋਪਈ ਆਪ ਪਿੰਨ ਨੇ ਪਿੰਨ ਧਿਆਨਾ। ਜਿੱਥੇ ਤਿੰਨ ਸੀ ਉੱਥੇ ਸਵਿਕਲਪ, ਜਿੱਥੇ ਹੁਣ ਕੋਈ ਨਹੀਂ ਰਿਹਾ ਉੱਥੇ ਇੱਕ ਰਹਿ ਗਈ ਬਸ। ਆਪ ਪਿੰਨ ਨਾ ਜਾਣਨਾ ਕਿ ਮੈਂ ਆਪਣੀ ਜੋਤ ਤੋਂ ਵੱਖਰਾ ਹਾਂ, ਨਾ ਜੋਤ ਮੇਰੇ ਤੋਂ ਵੱਖਰੀ ਹੈ, ਇੱਕ ਹੋ ਗਏ। ਜਿੱਥੇ ਇੱਕ ਹੋ ਗਏ ਉੱਥੇ ਨਿਰਵਿਕਲਪ ਹੈ, ਕੋਈ ਵਿਕਲਪ ਨਹੀਂ ਆਇਆ। ਬਸ ਕੋਈ ਧਿਆਨ ਖੇਡਿਆ ਹੀ ਨਹੀਂ, ਕੋਈ ਰੁਕਾਵਟ ਵੀ ਨਹੀਂ ਆਈ। ਬਸ ਅੰਤਰ ਬਾਹਰ ਬਿਰਤੀ ਇੱਕ ਹੀ ਰਹਿੰਦੀ ਉਹਨਾਂ ਪਿਆਰਿਆਂ ਦੀ। ਉਹ ਰੱਬ ਦੇ ਪਿਆਰੇ ਆਪਣੇ ਤੋਂ ਵੱਖ ਕਿਸੇ ਨੂੰ ਨਹੀਂ ਜਾਣਦੇ। ਤੇ ਸਭ ਬ੍ਰਹਮ ਰੂਪ ਕਰ ਜਾਨਾ। ਇਹ ਕਹਿੰਦੇ ਸਾਰੀਆਂ ਵਸਤੂਆਂ ਜਿਹਨੂੰ ਵੇਖਦਾ ਹੈ, ਅੱਖਾਂ ਰਾਹੀਂ ਜਿਹਨੂੰ ਵੇਖਦਾ ਹੈ, ਇਹ ਵਿਸ ਸੰਸਾਰ ਤੁਮ ਦੇਖਦੇ, ਇਹ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ, ਇਹ ਉਸ ਲਈ ਹੈ ਖਾਲਸਾ ਜੀ। ਤੇ ਕਹਿੰਦੇ ਜਿਹਨੂੰ ਵੇਖ ਰਿਹਾ ਹਾਂ, ਉਹ ਤੇ ਸਭ ਬ੍ਰਹਮ ਰੂਪ ਨੂੰ ਜਾਣਦੇ ਵੀ ਸਭ ਬ੍ਰਹਮ ਹੈ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ,
ਉੱਥੇ ਸਭ ਇੱਕ ਹੀ ਹੋ ਜਾਂਦਾ ਹੈ। ਨਿਰਵਿਕਲਪ ਸੋ ਲਖੋ ਸਮਾਦ। ਪਾਤਸ਼ਾਹ ਕਹਿੰਦੇ ਰਾਜਨ ਇਹਨੂੰ ਜਾਣੋ ਨਿਰਵਿਕਲਪ, ਇਹ ਨਿਰਵਿਕਲਪ ਸਮਾਧੀ ਹੈ, ਇਹਨੂੰ ਜਾਣੋ। ਐਸੇ ਅਸ਼ਟ ਅੰਗ ਤਨ ਸਾਧ। ਇਹ ਅਸ਼ਟ ਅੰਗ ਹਨ ਯੋਗ ਦੇ, ਸਰੀਰ ਰਾਹੀਂ ਇਹਦੀ ਸਾਧਨਾ ਕਰਨੀ ਹੈ। ਬ੍ਰਿਤ ਅਰੂੜ ਯੋਗ ਮੈਂ ਜੋ ਲੋ। ਜਦੋਂ ਤੱਕ ਤੇਰੀ ਬਿਰਤੀ ਯੋਗ ਵਿੱਚ ਅਰੂੜ ਨਹੀਂ ਹੁੰਦੀ, ਪ੍ਰਪੱਕ ਨਹੀਂ ਹੁੰਦੀ, ਲੈ ਤਾਏ ਕੋ ਰਸ ਸ਼ੁਭ ਤੋਲੋ। ਉਹਨੂੰ ਲੈ ਕਰਨਾ ਹੈ। ਜਦ ਤੱਕ ਲੈ ਨਹੀਂ ਹੁੰਦੀ ਨਾ, ਉਹਦਾ ਰਸ ਲਈ ਜਾਣਾ ਹੈ, ਲਈ ਜਾਣਾ ਹੈ। ਜਦੋਂ ਲੈ ਹੋ ਗਿਆ ਫਿਰ ਵੀ ਰਸ ਆਵੇਗਾ। ਸਮਾਧੀ 'ਚ ਉਹ ਰਸ ਗੁਰੂ ਕੇ ਪਿਆਰੇ ਰਹਿੰਦੇ ਹਨ ਜਿਹੜੇ ਸਭ ਰਸਾਂ ਤੋਂ ਉੱਤੇ ਹੈ ਪਿਆਰਾ ਰਸ। ਉਹਨੂੰ ਆਤਮ ਰਸ ਵੀ ਕਹਿੰਦੇ, ਰਾਮ ਰਸ ਵੀ ਕਹਿੰਦੇ, ਸਹਿਜ ਰਸ ਵੀ ਕਹਿੰਦੇ, ਹਰ ਰਸ ਵੀ ਕਹਿੰਦੇ ਹਨ। ਰਾਮ ਰਸ ਪਿਆਰੇ ਜਿਹ ਰਸ ਬਿਸਰ ਗਏ ਰਸ ਔਰ। ਐ ਰਾਜਨ, ਇਹ ਰਾਮ ਰਸ, ਆਤਮ ਰਸ, ਇਸ ਵਿੱਚ ਉਹ ਲੀਨ ਰਹਿੰਦੇ ਹਨ। ਉਤਰੇ ਬ੍ਰਿਤ ਯੋਗ ਤੇ ਜਬਈ। ਜਦੋਂ ਉਹਦੀ ਬਿਰਤੀ ਯੋਗ ਤੋਂ ਥੱਲੇ ਉਤਰਦੀ ਹੈ, ਗੁਰੂ ਬਾਣੀ ਸੋ ਪਰਚੇ ਤਬਈ। ਉਹ ਫਿਰ ਬਾਣੀ ਨਾਲ ਜੁੜ ਜਾਵੇ। ਬਿਰਤੀ ਤਾਂ ਉੱਤੇ ਥੱਲੇ ਹੋਣੀ ਹੈ, ਜਦੋਂ ਟੁੱਟੇਗੀ ਫਿਰ ਜੋੜਨਾ ਬਾਣੀ ਨਾਲ, ਫਿਰ ਬਾਣੀ ਉੱਤੇ ਲੈ ਜਾਏਗੀ। ਫਿਰ ਦੁਨਿਆਵੀ ਖਿਆਲ ਆਣਗੇ, ਫਿਰ ਟੁੱਟੇਗੀ, ਫਿਰ ਜੋੜਨਾ ਹੈ। ਇਸ ਤਰ੍ਹਾਂ ਇਹ ਪ੍ਰਕਿਰਿਆ ਕਰਨੀ ਹੈ। ਐਸੇ ਪੀਬੋ ਕੋ ਕਲਿਆਣਾ। ਇਸ ਤਰ੍ਹਾਂ ਵੀ ਬਹੁਤਿਆਂ ਦਾ ਕਲਿਆਣ ਭਲਾ ਹੁੰਦਾ ਹੈ, ਮੁਕਤੀ ਹੁੰਦੀ ਹੈ। ਭਏ ਜਗਤ ਕੇ ਬੰਧਨ ਹਾਨਾ। ਉਸ ਜੋਗੀ ਸੰਤ ਮਹਾਤਮਾ ਗੁਰੂ ਕੇ ਪਿਆਰੇ ਦੇ ਜਗਤ ਦੇ ਬੰਧਨ ਖਤਮ ਹੋ ਜਾਂਦੇ ਹਨ। ਦੂਜਾ ਭਗਤ ਜੋਗ ਕੋ ਪੰਥਾ। ਰਾਜਨ ਇਹ ਸੀ ਕਸ਼ਟ ਯੋਗ, ਜਿਹਦੇ 8 ਅੰਗ ਪਾਤਸ਼ਾਹ ਨੇ ਦੱਸੇ। ਹੁਣ ਦੂਜਾ ਹੈ ਭਗਤੀ ਯੋਗ। ਬਸ ਕੇਵਲ ਭਗਤੀ ਕਰਨੀ, ਬਹੁਤਾ ਕਠਿਨਾਈ ਨਹੀਂ, ਬਹੁਤਾ ਖਾਲਸਾ ਧੂਣੀਆਂ ਧਾਣ ਦੀ ਲੋੜ ਨਹੀਂ, ਪੁੱਠੇ ਲਟਕਣ ਦੀ ਲੋੜ ਨਹੀਂ, ਪ੍ਰਾਣਾਯਾਮ ਕਰਨ ਦੀ ਲੋੜ ਨਹੀਂ। ਪਾਤਸ਼ਾਹ ਕਹਿੰਦੇ ਇਹ ਵੀ, ਇਹਨਾਂ ਵਿੱਚ ਵੀ 8 ਅੰਗ ਆਣਗੇ। ਇਹ ਦੂਜਾ ਹੈ ਭਗਤੀ ਯੋਗ, ਉਹ ਸੁਣੀਏ ਜੀ। ਅਸ਼ਟ ਅੰਗ ਤੇ ਪਾਖਤ ਗ੍ਰੰਥਾ। ਗ੍ਰੰਥ ਜਿਹੜੇ ਖਾਲਸਾ ਜੀ ਉਹ ਗਿਆਨ ਦੇ ਗ੍ਰੰਥ ਹਨ, ਇਹਦੇ ਵੀ 8 ਅੰਗ ਦੱਸਦੇ ਹਨ। ਪ੍ਰਥਮੇ ਯਮ ਮਨ ਰਾਖਨ ਨੀਵਾ। ਇਹ ਗੁਰਸਿੱਖਾਂ ਲਈ ਹੈ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਖਾਲਸੇ ਪੰਥ ਲਈ ਹੈ। ਖਾਲਸਾ ਜੀ ਉਹ ਗੁਰੂ ਨਾਨਕ ਪਾਤਸ਼ਾਹ ਦਾ ਇਹ ਯਮ ਹੈ। ਕੀ ਹੈ? ਪ੍ਰਥਮੇ ਯਮ, ਪਹਿਲਾ ਯਮ ਇਹਦਾ ਅੰਗ ਹੈ ਭਗਤੀ ਯੋਗ ਦਾ। ਮਨ ਨੂੰ ਨੀਵਾ ਰੱਖਣਾ ਹੈ, ਬਸ ਮਨ ਨਿਮਰਤਾ ਵਿੱਚ ਰਵੇ। ਮਿੱਠਤ ਨੀਵੀ ਨਾਨਕਾ ਗੁਣ ਚੰਗਿਆਈਆਂ ਤਤ। ਨਿਮਰਤਾ 'ਚ ਰੱਖਣਾ ਹੈ ਪਾਤਸ਼ਾਹ ਦਾ, ਹਰ ਵੇਲੇ ਝੁਕੇ ਰਹਿਣਾ ਹੈ, ਦਾਸਨ ਦਾਸ ਬਣ ਕੇ ਰਹਿਣਾ ਹੈ। ਇਹ ਪਹਿਲਾ ਅੰਗ ਹੈ ਯੋਗ ਦਾ। ਨਿਜ ਗੁਣ ਤੇ ਨਿਰਮਾਨ ਸਦੀਵਾ। ਭਾਈ ਜਿਤਨੇ ਵੀ ਗੁਣ ਹੋਣ ਨਾ, ਆਪਣੇ ਗੁਣਾਂ ਦਾ ਮਾਣ ਨਹੀਂ ਕਰਨਾ, ਆਪਣੇ ਗੁਣਾਂ ਨੂੰ ਹਮੇਸ਼ਾ ਲੁਕਾ ਕੇ ਰੱਖਣਾ ਹੈ। ਗੁਣਾਂ ਦਾ ਮਾਣ ਨਹੀਂ ਕਰਨਾ, ਨੀਵੇਂ ਹੋ ਕੇ ਰਹਿਣਾ ਹੈ। ਦੂਜੋ ਨੇ ਜਾਏ ਸਤ ਸੰਗਤ। ਪਹਿਲਾ ਸੀ ਨਿਮਰਤਾ 'ਚ ਰਹਿਣਾ। ਨਿਮਰਤਾ ਭਾਵ ਜੋੜੇ ਝਾੜਨੇ। ਇਹ ਨਹੀਂ ਵੀ ਮੈਂ ਜੋੜੇ ਝਾੜ, ਮੈਂ ਹੀ ਝਾੜਾਂਗਾ, ਦੂਜਾ ਨਾ ਆਵੇ ਇੱਥੇ, ਪਰੇ ਹਟੋ ਤੂੰ। ਉਹ ਕਾਹਦਾ ਨਿਮਰਤਾ ਜੋੜੇ ਝਾੜਦਾ ਉਹਦਾ। ਇਹ ਗੱਲ ਚੇਤੇ ਆ ਗਈ ਕਥਾ ਵਿੱਚ। ਚਲੋ ਮੈਂ ਗੁਸਤਾਖੀ ਤੇ ਖਿਮਾ ਮੰਗਾ। ਕਈ ਜੋੜੇ ਝਾੜਦੇ ਵੀ ਨਾਲ ਤੇ ਬਾਣੀ ਪੜ੍ਹਦੇ ਨੇ ਗੁਟਕੇ ਲੈ ਕੇ, ਉਹ ਗਲਤ ਹੈ ਖਾਲਸਾ ਜੀ। ਉੱਥੇ ਪੋਥੀ ਸਾਹਿਬ ਲੈ ਕੇ ਜੋੜੇ 'ਚ ਬਾਣੀ ਨਹੀਂ ਪੜ੍ਹਨੀ। ਹਾਂ, ਕੰਠ ਬਾਣੀ ਜਾਪ ਕਰ ਲਓ, ਵਾਹਿਗੁਰੂ ਜਪ ਲਓ। ਨਿਮਰਤਾ ਜੋੜੇ ਝਾੜਨੇ, ਇਹ ਨਿਮਰਤਾ ਹੈ। ਇਹ ਪਹਿਲਾ ਅੰਗ ਹੈ। ਦੂਜਾ ਅੰਗ ਹੈ ਖਾਲਸਾ ਜੀਓ ਕਿ ਸਾਧ ਸੰਗਤ ਕਰਨੀ। ਜੋੜੇ ਝਾੜ ਕੇ ਤਾਂ ਹੀ ਸੰਗਤ ਆਓਗੇ, ਕੋਈ ਰਸ ਮਿਲੇਗਾ। ਸੇਵਾ ਕਰਕੇ ਫਿਰ ਸੰਗਤ ਕਰਨੀ ਹੈ, ਇਹ ਦੂਜਾ ਅੰਗ ਹੈ। ਕਥਾ ਕੀਰਤਨ ਸੁਨ ਮਿਲ ਪੰਗਤ। ਪੰਗਤ ਕਹਿੰਦੇ ਸਾਰਿਆਂ ਵਿੱਚ ਮਿਲ ਕੇ ਬੈਠ ਕੇ
ਰੱਬ ਦੀ ਕਥਾ ਸੁਣਨੀ ਹੈ, ਰੱਬ ਦਾ ਕੀਰਤਨ ਸੁਣਨਾ ਹੈ। ਦੋਹਰਾ ਪੜਨ ਸ਼ਕਤ ਜੇ ਹੋਵਈ, ਪੜੇ ਨੇਮ ਕਰ ਸੋਏ। ਉਹਦੀ ਪੜਨ ਦੀ ਸ਼ਕਤੀ ਹੈ, ਸਮਰੱਥਾ ਹੈ, ਗੁਰਬਾਣੀ ਪੜ ਸਕਦਾ ਹੈ ਤੇ ਉਹ ਬਾਣੀ ਪੜੇ ਭਾਈ। ਜੇ ਸ਼ਬਦ ਨਾਲ ਪੜ ਸਕਦਾ ਹੈ ਤੇ ਨਾਲ ਪੜੇ, ਭਾਵ ਅੰਦਰ ਪੜੇ, ਉਹਦਾ ਧਿਆਨ ਲਗਾਵੇ। ਰਾਗੀ ਸਿੰਘ ਜਿਹੜੇ ਸ਼ਬਦ ਗਾਇਨ ਕਰਦੇ, ਉਹ ਨਾਲ ਜਿਹੜੇ ਉਚਾਰਨ ਕਰਦੇ, ਚਲੋ ਠੀਕ ਹੋਣਗੇ ਆਪਣੀ ਥਾਂ, ਪਰ ਜਿਨ੍ਹਾਂ ਧਿਆਨ ਨਾਲ ਸੁਣਨਾ ਹੈ ਨਾ, ਉਹਦਾ ਜ਼ਿਆਦਾ ਅਸਰ ਪੈਂਦਾ। ਧਿਆਨ ਰੱਖਣਾ। ਰਾਗੀ ਸਿੰਘ, ਰਬਾਬੀ ਸਿੰਘ ਗੁਰੂ ਕੇ ਪਿਆਰੇ ਸ਼ਬਦ ਗਾਇਨ ਕਰਦੇ, ਉਹਨੂੰ ਸੁਣਨਾ ਜ਼ਿਆਦਾ ਚੰਗਾ ਹੈ ਖਾਲਸਾ ਜੀ। ਸੁਣ ਕੇ ਅੰਦਰ ਉਹਦਾ ਧਿਆਨ ਲਗਾਵੇ, ਅੰਦਰ ਪੜੇ ਉਹਨੂੰ। ਬਾਹਰੋਂ ਪੜੇਗਾ ਖਾਲਸਾ ਜੀ, ਕਈ ਪੜ੍ਹਦੇ ਗਲਤ, ਉਹ ਵੀ ਨਹੀਂ, ਚਲੋ ਉਹਨੂੰ ਬਾਣੀ ਯਾਦ ਹੁੰਦੀ ਵਾਰ-ਵਾਰ, ਕਿਸੇ ਨੂੰ ਗਲਤ ਨਹੀਂ ਕਹਿ ਸਕਦੇ ਸੀ, ਪਰ ਜਿਤਨਾ ਕਹਿ ਲੋ ਸਵਾਦ ਆਨੰਦ ਅੰਦਰ ਸੁਣ ਕੇ ਆਉਂਦਾ ਹੈ ਨਾ, ਅੰਦਰ ਟਿਕਾ ਕੇ ਆਉਂਦਾ ਹੈ, ਉਤਨਾ ਬੋਲਣ ਨਾਲ ਨਹੀਂ ਆਉਂਦਾ। ਪਾਤਸ਼ਾਹ ਕਹਿੰਦੇ ਜੇ ਸੰਗਤ 'ਚ ਬੈਠਾ ਕੋਈ ਰੱਬ ਦਾ ਪਿਆਰਾ, ਜੇ ਕੋਈ ਬਾਣੀ ਪੜ੍ਹ ਸਕਦਾ, ਉਹ ਪੜ੍ਹੇ ਬਾਣੀ, ਨਿਤਨੇਮ ਕਰੇ ਜਾਂ ਸਹਿਜ ਪਾਠ ਕਰੇ, ਸੰਗਤ 'ਚ ਬੈਠ ਕੇ ਕੋਈ ਜਾਪ ਕਰੇ। ਸੁਣਨ ਸ਼ਕਤ ਜੇ ਹੋਵਈ, ਸੁਨੇ ਸੋ ਇੱਕ ਮਨ ਹੋਏ। ਸੁਣਨ ਦੀ ਸਮਰੱਥਾ ਹੈ, ਇੱਕ ਮਨ ਹੋ ਕੇ ਬਾਣੀ ਸੁਣੇ, ਕਥਾ ਸੁਣੇ, ਉਹ ਕੀਰਤਨ ਸੁਣੇ। ਚੌਪਈ ਤੀਜੋ ਦੇਸ਼ ਇਕੰਤ ਬਖਾਨੇ। ਤੀਜਾ ਹੈ ਇਕੰਤ ਦੇਸ਼, ਜਿਹਨੂੰ ਅਸੀਂ ਭੌਰਾ ਸਾਹਿਬ ਕਹਿ ਸਕਦੇ ਹਾਂ। ਅੱਜ ਕੱਲ੍ਹ ਤਾਂ ਸਾਡੇ ਭਰਾ ਟੁੱਟ ਕੇ ਪੈਂਦੇ ਨੇ ਭੋਰੇ ਸਾਹਿਬ ਦੇ ਨਾਂ ਤੇ। ਉਹ ਭਾਈ ਇੱਕ ਕਮਰੇ 'ਚ ਤੁਸੀਂ ਬੈਠ ਕੇ ਜਿੱਥੇ ਸਿਮਰਨ ਕਰਦੇ ਹੋ, ਭੋਰਾ ਸਾਹਿਬ ਹੀ ਹੋਰ ਕੀ ਹੈ। ਜਿੱਥੇ ਆਲੇ ਦੁਆਲੇ ਇਕਾਂਤ ਹੈ, ਇਕਾਂਤ ਦੇਸ਼, ਇਕਾਂਤ ਬੈਠੇ, ਭੋਰਾ ਸਾਹਿਬ ਹੀ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇੱਥੋਂ ਉਪਦੇਸ਼ ਸੁਣ ਕੇ ਅਸੀਂ ਘਰ ਜਾਣਾ ਹੈ। ਘਰ ਵੀ ਤਾਂ ਇਕਾਂਤ ਹੀ ਹੈ, ਉਹਨੂੰ ਇਕਾਂਤ ਦੇਸ਼ ਕਹਿੰਦੇ। ਘਰ ਗੁਰੂ ਤੇਗ ਬਹਾਦਰ ਪਾਤਸ਼ਾਹ ਥੱਲੇ ਨੀਵੇਂ ਭੋਰੇ, ਜਿੱਥੇ ਕੋਈ ਖਾਲਸਾ ਜੀ ਆਲੇ ਦੁਆਲੇ ਕੋਈ ਆਵੇ ਵੀ ਨਾ। ਚਲੋ ਬਾਹਰੋਂ ਕਮਰੇ 'ਚੋਂ ਕੋਈ ਆਵਾਜ਼ ਖਿੜਕੀਆਂ ਰਾਹੀਂ ਆ ਜਾਏਗੀ, ਥੱਲੋਂ ਭੋਰੇ 'ਚੋਂ ਆਵਾਜ਼ ਤਾਂ ਨਹੀਂ ਆਉਂਦੀ ਕਿ ਥੱਲੇ ਹੁੰਦਾ ਖਾਲਸਾ ਜੀ। ਇਹਦਾ ਵੀ ਕਾਰਨ ਇਹ ਵੀ ਹੈ ਖਾਲਸਾ ਜੀ, ਥੱਲੇ ਠੰਡ ਗਰਮੀ ਬਰਾਬਰ ਜੀ ਰਹਿੰਦੀ ਹੈ। ਠੰਡ ਵਿੱਚ ਬਹੁਤੀ ਠੰਡ ਨਹੀਂ, ਗਰਮੀ 'ਚ ਬਹੁਤੀ ਗਰਮੀ ਨਹੀਂ। ਇਹ ਭੋਰੇ ਇਸ ਕਰਕੇ ਬਣਾਏ ਸਨ, ਇਕਾਂਤ ਰਵੇ, ਸਾਧਨਾ ਪਰਪੱਕਤਾ ਰਵੇ ਖਾਲਸਾ ਜੀ। ਉਹ ਜਿਹੜੇ ਆਪ ਨਾ ਦੇਹ ਚਿਰੂ ਭਰ ਪਾਨੀ, ਤੇ ਨਿੰਦਾ ਜੇ ਗੰਗਾ ਨਹੀਂ, ਉਹ ਕੰਮ ਕਰਦੇ ਖਾਲਸਾ ਜੀ। ਆਪ ਤਾਂ ਕਦੀ ਸਾਧਨਾ ਕਰਦੇ ਨਹੀਂ, ਨਾ ਕਿਸੇ ਨੂੰ ਕਰਨ ਦੇਣੀ ਹੈ। ਰਹੋ ਵਿਚਾਰ। ਤੀਜਾ ਇਕੰਤ ਦੇਸ਼, ਇਕੰਤ ਦੇਸ਼, ਇਕਾਂਤ ਥਾਂ ਤੇ ਬੈਠ ਕੇ ਵਾਹਿਗੁਰੂ ਜਪਣਾ। ਜਿਹੜਾ ਅਸੀਂ ਨਾਮ ਸੁਣ ਕੇ ਆਏ ਆ, ਉਹਨੂੰ ਜਪਣਾ ਹੈ। ਜਿਹੜਾ ਬਾਣੀ ਸੁਣ ਕੇ ਬਾਣੀ ਨੂੰ ਯਾਦ ਕਰਨਾ ਹੈ। ਸਰਬ ਵਿਖੇ ਇੱਕ ਗੋਬਿੰਦ ਜਾਣੇ। ਤੇ ਜਿਹੜਾ ਭਾਈ ਸੁਣ ਕੇ ਆਏ ਆ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ। ਗੋਬਿੰਦ ਬਿਨ ਨਹੀਂ ਕੋਈ, ਉਹ ਸਾਰੇ ਇੱਕ ਰੱਬ ਨੂੰ ਜਾਣਨਾ ਹੈ। ਬਸ ਇਕਾਂਤ ਵਿੱਚ ਹੋਵੇਗਾ ਧਿਆਨ, ਇਕਾਂਤ ਵਿੱਚ ਇਹੀ ਧਿਆਨ ਕਰਨਾ ਹੈ, ਇਹੀ ਜਪਣਾ ਹੈ ਕਿ ਇੱਕ ਵਾਹਿਗੁਰੂ ਸਾਰੇ ਸਭ ਮੈਂ ਜੋਤ, ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ। ਇਹ ਧਿਆਨ ਲਗਾਉਣਾ ਹੈ। ਔਰ ਦੂਸਰਾ ਲਖਈ ਨਾਏ। ਕੋਈ ਦੂਜਾ ਨਾ ਜਾਣੇ ਭਾਈ, ਨਹੀਂ, ਇੱਕੋ ਹੀ ਜਾਪ ਹੈ, ਇੱਕ ਦਾ ਹੀ ਧਿਆਨ ਲਗਾਉਣਾ ਹੈ ਵੀ ਸਾਰੇ ਇੱਕੋ ਹੀ ਜੋਤ ਹੈ, ਦੂਜਾ ਨਾ ਜਾਣੇ। ਦੂਜਾ ਕਾਹੇ ਸਿਮਰੀਏ ਜੰਮੈ ਤੈ ਮਰ ਜਾਏ, ਦੂਜੇ ਦਾ ਜਾਪ ਵੀ ਨਹੀਂ ਕਰਨਾ, ਇੱਕ ਦਾ ਧਿਆਨ ਲਗਾਓ। ਇੱਕ ਜੋਤ ਹੀ ਸਭਨਾ ਵਿੱਚ ਜਾਣੋ। ਏਕੋ ਵਿਆਪਕ ਸਭ ਘਟ ਮਾਏ। ਸਾਰੇ ਹਿਰਦੇ 'ਚ ਇੱਕੋ ਹੀ ਜੋਤ ਹੈ, ਉਹੀ ਵਿਆਪਕ ਹੈ। ਵਿਆਪਕ ਹੈ ਸਭ ਹੀ ਕੇ ਬਿਖੈ। ਕਲਗੀਧਰ ਪਿਤਾ 33 ਸਵਈਏ ਬਾਣੀ ਹੈ ਮਹਾਰਾਜ ਦੀ। ਵਿਆਪਕ ਹੈ ਸਭ ਹੀ ਕੇ ਬਿਖੈ, ਸਭਨਾ ਦੇ ਹਿਰਦੇ 'ਚ ਉਹੀ ਜੋਤ ਹੈ। ਅਵਲ ਅੱਲਹ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ ਏਕ ਨੂਰ ਤੇ। ਸਭ ਜਗ ਉਪਜਿਆ ਕੌਣ ਭਲੇ,
ਕੋ ਮੰਦੇ, ਇੱਕੋ ਹੀ ਨੂਰ ਹੈ, ਇੱਕੋ ਹੀ ਜੋਤ ਸਭਨਾ ਵਿੱਚ ਹੈ। ਚੌਥੋ ਆਸਨ ਸਮਝੋ ਚਿਤ, ਆਸਣ ਹੈ ਉਹਨੂੰ ਮਨ ਵਿੱਚ ਸਮਝੋ, ਇਸ ਤਰ੍ਹਾਂ ਸਮਝੋ। ਕਰੇ ਗੋਬਿੰਦ ਵਿਖੇ ਥਿਤ ਬ੍ਰਿਤ, ਆਸਨ ਕੀ ਹੈ? ਆਪਣੀ ਬਿਰਤੀ ਨੂੰ ਪ੍ਰਮਾਤਮਾ ਦੇ ਵਿੱਚ ਟਿਕਾਣਾ ਹੈ। ਯੋਗ ਦਾ ਆਸਨ ਸੀ ਕਿ ਕਿਵੇਂ ਬਹਿਣਾ ਹੈ, ਚੌਂਕੜਾ ਮਾਰ ਕੇ ਬਹਿਣਾ, ਲੱਕ ਸਿੱਧੀ ਕਰਕੇ ਬਹਿਣਾ ਹੈ। ਕੋਈ ਪਦਮ ਆਸਨ ਹੈ, ਕੋਈ ਸਿੰਘ ਆਸਨ ਹੈ। ਇਹ ਵੱਖ-ਵੱਖ ਆਸਨ 84 ਤਰ੍ਹਾਂ ਦੇ ਆਸਨ। ਯੋਗ ਸਿੱਧ ਅਰ ਆਸਨ 84 ਤਰ੍ਹਾਂ ਦੇ ਆਸਨ। ਤੇ ਖਾਲਸਾ ਚ ਗੁਰਸਿੱਖਾਂ ਲਈ ਤਾਂ ਆਸਨ ਕੀ ਹੈ? ਆਪਣੀ ਬਿਰਤੀ ਨੂੰ ਵਾਹਿਗੁਰੂ ਦੇ ਵਿੱਚ ਟਿਕਾਣਾ ਹੈ ਬਸ। ਵਾਹਿਗੁਰੂ ਇਹ ਬਿਰਤੀ ਉਧਰ ਟਿਕਾਣੀ ਹੈ ਬਸ। ਜਦੋਂ ਇਹ ਵਾਹਿਗੁਰੂ ਦੇ ਵਿੱਚ ਸੁਰਤੀ ਬਿਰਤੀ ਇੱਕ ਹੋ ਗਈ ਨਾ, ਸੁਰਤੀ ਬਿਰਤੀ ਕਾਗਰ, ਇਹ ਆਸਨ ਲਗਾਉਣਾ ਹੈ, ਬਹਿਣਾ ਹੈ। ਆਸਨ ਕੀ ਬਹਿਣਾ? ਉਹ ਬੰਦਿਆ ਟਿਕ ਕੇ ਬਹਿ ਤਾਂ ਸਹੀ, ਤੇਰਾ ਮਨ ਖਿੰਡੀ ਜਾ ਰਿਹਾ ਓਏ। ਉਹ ਟਿਕ ਕੇ ਬੈਠ, ਆਪਣੀ ਬਿਰਤੀ ਨੂੰ ਟਿਕਾ ਲੈ। ਪੰਚਮ ਪ੍ਰਾਣਾਯਾਮ ਚੀਨੰਗ, ਚੀਨੰਗ ਕਹਿੰਦੇ ਜਾਣੋ, ਪੰਜਵਾਂ ਪ੍ਰਾਣਾਯਾਮ ਜਾਣੋ ਜੀ। ਪੂਰਕ ਕੁੰਭਕ ਰੇਚਕ ਤੀਨ, ਇਹ ਤਿੰਨ ਤਰ੍ਹਾਂ ਦਾ ਪ੍ਰਾਣਾਯਾਮ ਹੈ ਇੱਕੋ ਹੀ। ਪੂਰਕ, ਕੁੰਭਕ, ਰੇਚਕ। ਪਹਿਲਾਂ ਖਿੱਚਣਾ ਹੈ, ਫਿਰ ਟਿਕਾਣਾ ਹੈ, ਠਹਿਰਾਣਾ ਹੈ, ਫਿਰ ਉਤਾਰਨਾ ਹੈ। ਜਿਵੇਂ ਜੋਗੀ ਓਮ ਦਾ ਜਾਪ ਕਰਦੇ ਨੇ, ਆਪਣੇ ਸਵਾਸ ਉੱਤੇ ਖਿੱਚ ਕੇ ਲੈ ਜਾਂਦੇ ਨੇ, ਫਿਰ ਟਿਕਾਉਂਦੇ ਹਨ ਸੁਖਮਨਾ ਨਾੜੀ ਵਿੱਚ, ਫਿਰ ਥੱਲੇ ਉਤਾਰਦੇ ਹਨ। ਤੇ ਗੁਰਸਿੱਖਾਂ ਲਈ ਕੀ ਹੈ? ਆਪਣੇ ਖਾਲਸਾ ਜੀ ਵਿਕਾਰਾਂ ਵੱਲੋਂ ਸੁਰਤੀ ਨੂੰ ਉੱਤੇ ਖਿੱਚਣਾ ਹੈ ਬਸ। ਪਾਠ ਕਰਦੇ ਆ, ਬਾਣੀ ਪੜ੍ਹਦੇ ਆ, ਸਿਮਰਨ ਕਰਦੇ ਆ, ਸੰਗਤ ਕਰਦੇ ਆ, ਜਿਹੜੀ ਬਿਰਤੀ ਵਿਕਾਰਾਂ ਵੱਲ ਜਾਂਦੀ ਨੂੰ ਖਿੱਚ ਕੇ ਨਾ ਸ਼ਬਦ ਵੱਲ ਲੈ ਜਾਣਾ ਹੈ। ਇਹ ਪ੍ਰਾਣਾਯਾਮ ਕਰਨਾ ਹੈ। ਦੋਹਰਾ ਪੂਰਕ ਗੁਰ ਕੇ ਬਚਨ ਸੁਨ, ਸਭੇ ਕਰਖ ਕਰ ਲੇ। ਪੂਰਕ ਕੀ ਹੈ? ਖਿੱਚਣਾ। ਗੁਰੂ ਦੇ ਬਚਨ ਸੁਣ ਕੇ ਨਾ ਉਹਨੂੰ ਖਿੱਚਣਾ ਅੰਦਰ। ਬਾਣੀ ਸੁਣ ਕੇ ਅੰਦਰ, ਬਾਣੀ ਉਪਦੇਸ਼ ਖਿੱਚਣਾ ਅੰਦਰ, ਅੰਦਰ ਖਿੱਚ ਕੇ ਲੈ ਜਾਣਾ। ਅੰਦਰ ਉਹ ਖਿੱਚ ਕੇ ਲੈ ਜਾਣਗੇ ਤੇ ਅੰਦਰਲੇ ਜਿਹੜੇ ਵਿਕਾਰ ਉਹ ਬਾਹਰ ਜਾਣਗੇ ਆਪਣੇ ਆਪ। ਵਿਕਾਰਾਂ ਵੱਲੋਂ ਬਿਰਤੀ ਖਿੱਚ ਕੇ ਨਾ ਸ਼ਬਦ ਵੱਲ ਲੈ ਜਾਣੀ ਹੈ। ਸ਼ਬਦ ਨੂੰ ਅੰਦਰ ਖਿੱਚ ਕੇ ਧਿਆਨ ਰੱਖਣਾ ਅੰਦਰ। ਪ੍ਰਾਣਾਯਾਮ ਕਿ ਪ੍ਰਾਣ ਕਹਿੰਦੇ ਸਾਹ, ਸਾਹ ਰਾਹੀਂ ਖਾਲਸਾ ਜੀਓ ਵਾਹਿਗੁਰੂ ਦਾ ਧਿਆਨ ਲਗਾਉਣਾ ਹੈ, ਬਾਣੀ ਦਾ ਧਿਆਨ ਲਗਾਉਣਾ ਹੈ। ਸਵਾਸ ਸਵਾਸ ਵਾਹਿਗੁਰੂ ਅੰਦਰ ਖਿੱਚਣਾ ਹੈ। ਵਾਹਿਗੁਰੂ ਅੰਦਰ ਖਿੱਚ ਕੇ ਲੈ ਜਾਣਾ ਇਹਨੂੰ। ਇਹ ਜਿਤਨਾ ਅੰਦਰ ਖਿੱਚਣਾ ਹੈ ਖਾਲਸਾ ਜੀਓ, ਇਹ ਇੱਕ ਹੈ ਖਾਲਸਾ ਜੀ ਪੂਰਕ। ਬਚ ਸੁਨ ਸਮਝੀ ਵਸਤ ਜੋ ਹਿਰਦੇ ਸਦਾ ਥਿਰ ਕੇ। ਗੁਰੂ ਦੇ ਬਚਨ ਅੰਦਰ ਖਿੱਚ ਕੇ ਉਹਨੂੰ ਸਮਝੀਏ ਕਿ ਬਚਨਾਂ ਵਿੱਚ ਕਿਹੜੀ ਵਸਤੂ ਹੈ, ਗੁਰੂ ਦੀ ਬਾਣੀ 'ਚ ਕਿਹੜੀ ਵਸਤੂ ਹੈ। ਇੱਕ ਬਸਤ ਅਗੋਚਰ ਪਾਈ, ਬਸਤ ਅਗੋਚਰ ਆਤਮ ਵਸਤੂ ਨੂੰ ਅੰਦਰ ਖਿੱਚਣਾ ਹੈ, ਉੱਥੇ ਟਿਕਣਾ ਹੈ ਅੰਦਰ। ਆਪਣੇ ਪ੍ਰਾਣ ਆਪਣੀ ਆਤਮਾ ਦੇ ਵਿੱਚ ਟਿਕਾਉਣੇ ਹਨ। ਸਵਾਸ ਉਧਰ ਟਿਕਾਣਾ ਹੈ, ਠਹਿਰਨਾ, ਠਹਿਰ ਜਾਓ ਭਾਈ, ਤੇ ਉੱਥੇ ਠਹਿਰਾ ਕਰਨਾ ਹੈ। ਚੌਪਈ ਕਰ ਅਭਿਆਸ ਨਾਤੇ ਪਰ ਹਰੇ। ਭਾਈ ਅਭਿਆਸ ਕਰਨਾ ਹੈ, ਅਭਿਆਸ ਤੋਂ ਦੂਰ ਨਹੀਂ ਹੋਣਾ। ਸਦ ਠਹਿਰਾਵਨ ਮਨ ਮੈਂ ਕਰੇ। ਆਪਣੇ ਆਪ ਨੂੰ ਟਿਕਾਉਣਾ ਹੈ, ਗੁਰੂ ਦੇ ਬਚਨਾਂ ਨੂੰ ਅੰਦਰ ਠਹਿਰਾਣਾ ਹਮੇਸ਼ਾ ਹੀ। ਜੋ ਸੁਣਿਆ ਨੂੰ ਕਮਾਣਾ ਹੈ, ਇਹ ਠਹਿਰਾਣਾ ਹੈ। ਸੁਣਦਾ ਅਸੀਂ ਰਹਿੰਦੇ ਹਾਂ ਸਭ ਕੁਛ, ਪਰ ਠਹਿਰਾਂਦੇ ਨਹੀਂ ਅੰਦਰ। ਉਹਨੂੰ ਅੰਦਰ ਖਿੱਚ ਕੇ ਠਹਿਰਾਣਾ ਹੈ, ਰੋਕਣਾ ਹੈ। ਕੁੰਭਕ
ਦੂਜੋ ਇਸੀ ਪ੍ਰਕਾਰਾ। ਦੂਜਾ ਕੁੰਭਕ ਇਸੇ ਤਰ੍ਹਾਂ ਹੈ, ਪਹਿਲਾਂ ਉੱਤਰ ਖਿੱਚ ਕੇ ਲੈ ਜਾਣਾ ਵਾਹਿਗੁਰੂ, ਫਿਰ ਅੰਦਰ ਟਿਕਾ ਕੇ ਰੱਖਣਾ, ਟਿਕੇ ਰਹਿ ਭਾਈ ਵਾਹਿਗੁਰੂ। ਅਰਦਾਸ ਬਾਰ-ਬਾਰ ਕਰਨੀ ਹੈ। ਗੁਰਸਿੱਖਾਂ ਦੇ ਹਰ ਕਾਰਜ ਵਿੱਚ ਬਾਰ-ਬਾਰ ਕਦਮ ਅਰਦਾਸ ਹੁੰਦੀ ਹੈ। ਬਸ ਕਰੋ ਤੁਰਨਾ ਅਰਦਾਸ, ਚੋੜੇ ਝਾੜਨੇ ਅਰਦਾਸ, ਸੰਗਤ ਬਹਿਣਾ ਅਰਦਾਸ, ਇਕਾਂਤ ਜੀ ਬਹਿਣਾ ਅਰਦਾਸ, ਆਸਨ ਲਗਾਉਣਾ, ਆਪਣੀ ਬਿਰਤੀ ਅੰਦਰ ਜੋੜਨੀ ਅਰਦਾਸ, ਪ੍ਰਾਣਾਯਾਮ ਕਰਨਾ ਤਾਂ ਵੀ ਅਰਦਾਸ। ਹਰ ਕਦਮ ਤੇ ਹਰ ਪੱਖ ਵੇਲੇ ਅਰਦਾਸ ਹੁੰਦੀ ਹੈ। ਤੀਜੋ ਰੇਚਕ ਕਰੋ ਉਚਾਰਾ। ਤੀਜਾ ਇਹ ਰੇਚਕ ਹੈ, ਸਤਿਗੁਰ ਬਚਨ ਜੋ ਤਜ ਨਾ ਕਹਾ। ਰੇਚਕ ਕੀ ਹੈ? ਕਹਿ ਲੋ ਖਾਲਸਾ ਥੱਲੇ ਤਿਆਗਣਾ, ਜੋ ਗੁਰੂ ਦੇ ਬਚਨਾਂ ਛੱਡਿਆ ਕਿਹਾ ਹੈ ਵੀ ਛੱਡਣਾ ਹੈ। ਪਾਤਸ਼ਾਹ ਨੇ ਆਖਿਆ ਇਹਨੂੰ ਛੱਡ ਦੋ, ਉਹਨੂੰ ਤਿਆਗਣਾ ਹੈ। ਤਹਿ ਤਜ ਦੇ ਹੋਤ ਸੁਖ ਮਹਾ। ਜਿਹੜਾ ਉਹਨੂੰ ਛੱਡ ਦੇਵੇ ਉਹਨੂੰ ਮਹਾਨ ਸੁਖ ਮਿਲਦਾ ਹੈ। ਖਸ਼ਟਮ ਧਿਆਨ ਅੰਗ ਸੁਨ ਜੈਸੇ। ਇਹ ਛੇਵਾਂ ਧਿਆਨ ਦਾ ਅੰਗ ਸੁਣੀਏ ਜੀ ਹੁਣ। ਪੜਨ ਸੁਨਨ ਗੁਰ ਬਚ ਜਬ ਬੈਸੇ। ਗੁਰੂ ਦੀ ਬਾਣੀ, ਗੁਰੂ ਦੇ ਬਚਨ ਪੜ੍ਹਨੇ ਹਨ, ਸੁਣਨੇ ਹਨ। ਸ਼ਬਦ ਅਰਥ ਮੈਂ ਰਾਖੇ ਧਿਆਨਾ। ਆਪਣਾ ਧਿਆਨ ਰੱਖਣਾ ਸ਼ਬਦ ਦੇ ਅਰਥ ਵਿੱਚ ਕਿ ਪਾਤਸ਼ਾਹ ਦਾ ਬਚਨ ਕੀ ਆਖਦਾ ਹੈ, ਬਾਣੀ ਕੀ ਆਖਦੀ ਹੈ। ਕਿਆ ਪੜੀਏ ਕਿਆ ਗੁਨੀਏ, ਕਿਆ ਵੇਦ ਪੁਰਾਨਾ ਸੁਣੀਏ। ਪੜੇ ਸੁਨੇ ਕਿਆ ਹੋਈ, ਜੋ ਸਹਿਜ ਨ ਮਿਲਿਓ ਸੋਈ। ਹਰ ਕਾ ਨਾਮ ਨਾ ਜਪਸ ਗਵਾਰਾ, ਕਿਆ ਸੋਚੈ ਬਾਰੰਬਾਰਾ। ਰਹਾਉ ਕੀ ਉਪਦੇਸ਼ ਹੈ, ਇਹਨੂੰ ਅੰਦਰ ਠਹਿਰਾਣਾ ਹੈ, ਬਾਰ-ਬਾਰ ਧਿਆਨ ਇਹਦਾ ਲਗਾਉਣਾ ਹੈ, ਬਾਰ-ਬਾਰ ਇਸ ਵਿੱਚ ਪਰਪਕਤਾ ਲੈ ਜਾਣੀ ਹੈ। ਫੁਰਨ ਦੇ ਸੰਕਲਪ ਨਿਆਨਾ। ਤੇ ਹੋਰ ਕੋਈ ਸੰਕਲਪ ਅੰਦਰ ਪੈਦਾ ਨਾ ਹੋਣ ਦੇ। ਬਾਣੀ ਨੂੰ ਸੁਣਦੇ ਬਾਣੀ ਦੇ ਅਰਥਾਂ 'ਚ ਧਿਆਨ ਜਾਵੇ, ਉਹਦਾ ਅੰਦਰ ਜਿਹੜੇ ਖਿਆਲ ਪੈਦਾ ਹੋਣੇ ਉਹ ਖਿਆਲ ਨਾ ਪੈਦਾ ਹੋਣ ਦੇ। ਸਪਤਮ ਅਹੇ ਧਾਰਨਾ ਅੰਗਾ। ਇਹ ਸੱਤਵਾਂ ਅੰਗ ਹੈ ਧਾਰਨਾ, ਕਿ ਬੰਦਿਆ ਧਿਆਨ ਨੂੰ ਪ੍ਰਪੱਕ ਕਰਨਾ ਹੈ। ਤਿਸ ਸਰੂਪ ਸੁਨੀਏ ਰੁਚ ਸੰਗਾ। ਇਹਦਾ ਸਰੂਪ ਹੈ ਰੁਚੀ ਨਾਲ ਸੁਣੀਏ ਜੀ, ਸ਼ੌਂਕ ਨਾਲ ਸੁਣੀਏ ਜੀ। ਮਨ ਸੰਕਲਪ ਵਿਖੇ ਜੇ ਜਾਵੇ। ਜਿਹੜਾ ਮਨ ਸੰਕਲਪਾਂ ਦੇ ਵਿੱਚ ਜਾਂਦਾ ਹੈ, ਧਿਆਨ ਲਗਾਉਂਦੇ ਆ, ਮਨ ਵਿੱਚ ਕਈ ਖਿਆਲ ਉੱਠਦੇ ਹਨ, ਅਰਦਾਸ ਕਰਦੇ ਆ ਬੜੇ ਖਿਆਲ ਆਉਂਦੇ, ਉਹ ਵੀ ਤਾਂ ਧਿਆਨ ਹੈ, ਅਰਦਾਸ ਵੀ ਤਾਂ ਧਿਆਨ ਹੈ। ਅਰਦਾਸ ਕਰਦੇ ਜਿਹੜੇ ਧਿਆਨ ਸੰਕਲਪ ਉੱਠਦੇ ਹਨ ਉਹਨਾਂ ਤੋਂ ਰੋਕਣਾ ਹੈ। ਪੁਨ ਮਨ ਰੋਕ ਸ਼ਬਦ ਮੈਂ ਲਾਵੇ। ਉੱਥੋਂ ਰੋਕ ਕੇ ਪੁੰਨ ਕਹਿੰਦੇ, ਫਿਰ ਉੱਥੋਂ ਰੋਕ ਕੇ ਸ਼ਬਦ ਵਿੱਚ ਜੋੜਨਾ ਹੈ। ਜਬ ਮਨ ਟਿਕਿਓ ਘਟੀ ਦੋ ਚਾਰਾ। ਮਨ ਇਸ ਤਰ੍ਹਾਂ ਪਹਿਲਾਂ ਘਟੀ ਕਹਿੰਦੇ, ਇੱਕ ਘੜੀ 24 ਮਿੰਟ, 2 ਘੜੀਆਂ 48 ਮਿੰਟ, 4 ਘੜੀਆਂ 96 ਮਿੰਟ, ਘਟੀ 2 ਘਟੀ 4, 1 ਘੜੀ 2 ਘੜੀ 4 ਘੜੀ, ਕਿਤਨਾ ਵੀ ਟਿਕ ਜਾਵੇ। 1 ਮਿੰਟ ਹੀ ਬੜਾ ਹੈ ਭਾਈ, ਪਹਿਲਾਂ ਅੱਧਾ ਮਿੰਟ ਨਹੀਂ ਟਿਕਦਾ। ਵਾਹਿਗੁਰੂ ਜਪਦੇ ਨਾਲ ਹੀ ਮਨ ਦੌੜ ਜਾਂਦਾ ਹੈ। ਪਹਿਲਾਂ 1-2 ਸੈਕਿੰਡ ਹੀ ਬੜਾ ਹੈ, 4 ਸੈਕਿੰਡ 10 ਸੈਕਿੰਡ ਇੰਨਾ ਹੀ ਬੜਾ ਹੈ, ਖਾਲਸਾ ਤੁਰੀ ਜਾਵੇਗਾ ਅੱਗੇ। ਫਿਰ ਆਪਣੇ ਆਪ ਗੁਰਸਿੱਖਾਂ ਦਾ ਧਿਆਨ ਇਹ ਪ੍ਰਪੱਕ ਹੋ ਜਾਂਦਾ ਹੈ। ਤੈ ਕੋ ਨਾਮ ਸਮਾਧੀ ਉਚਾਰਾ। ਧਿਆਨ ਜੁੜ ਗਿਆ, ਧਾਰਨਾ ਤੋਂ ਸੰਕਲਪ ਹਟ ਗਿਆ, ਤੇ ਜਿਹਦਾ ਬਿਲਕੁਲ ਧਿਆਨ ਪ੍ਰਪੱਕ ਹੋ ਗਿਆ, ਸਮਾਧੀ ਜੁੜ ਗਈ ਨਾ, ਉਹਨੂੰ ਸਮਾਧੀ ਆਖਦੇ ਹਨ। ਸ਼ਬਦ ਵਿਖੇ ਜਬ ਲਗੀ ਸਮਾਧ। ਜਦੋਂ ਸ਼ਬਦ ਦੇ ਵਿੱਚ ਉਹਦੀ ਸਮਾਧੀ ਜੁੜ ਜਾਂਦੀ ਹੈ, ਤਿਸੇ ਵਧਾਵੇ ਤਨ ਮਨ ਸਾਧ। ਤਨ ਮਨ ਸਾਧ ਕੇ ਵਧਾਉਣਾ ਹੈ। ਅੱਜ ਚੌਂਕੜਾ ਮਾਰ ਕੇ ਬੈਠੇ 10 ਮਿੰਟ, ਕੱਲ ਨੂੰ 12 ਮਿੰਟ, ਇਸੇ ਤਰ੍ਹਾਂ ਹਿੱਲਣਾ ਨਹੀਂ। ਇਹ ਤਾਂ ਬਾਰ-ਬਾਰ ਬੰਦੇ ਗੋਡੇ ਹੀ ਪਟਾਈ ਜਾਂਦੇ ਨੇ। ਇਹ ਵੀ ਤਾਂ ਹੈ ਤਾਂ ਥੋੜਾ ਜਿਹਾ ਹਟ ਜਾਓਗੀ ਹੈ।
ਪਹਿਲਾਂ ਹਠ ਯੋਗ ਹੋਵੇਗਾ, ਫਿਰ ਸਹਿਜ ਯੋਗ ਆਪੇ ਬਣ ਜਾਏਗਾ। ਜਦੋਂ ਪੰਜ ਪਿਆਰੇ ਸਹਿਬਾਨ ਗੁਰੂ ਸਰੂਪ ਅੰਮ੍ਰਿਤ ਦੀ ਦਾਤ ਬਖਸ਼ਿਸ਼ ਕਰ ਦੇਣਾ, ਕਹਿੰਦੇ 40 ਦਿਨ ਤੁਸੀਂ ਇਸ਼ਨਾਨ ਕਰਨਾ ਹੀ ਕਰਨਾ ਹੈ, ਨਿਤਨੇਮ ਕਰਨਾ ਹੀ ਕਰਨਾ ਹੈ। ਉਹ 40 ਦਿਨ ਹਠ ਯੋਗ ਕਰਨਾ ਪੈਂਦਾ ਵੀ ਮਹਾਂਪੁਰਖਾਂ ਦੇ ਬਚਨ ਹਨ, ਗੁਰੂ ਦੇ ਬਚਨ ਹਨ, ਪੰਜ ਸਹਿਬਾਨ ਦੇ ਬਚਨ ਹਨ। ਜਦੋਂ 40 ਦਿਨ ਕਰੋਗੇ ਤੁਹਾਡਾ ਆਪਣੇ ਆਪ ਉਹ ਨੇਮ ਬਣ ਜਾਏਗਾ। ਫਿਰ 41ਵੇਂ ਦਿਨ ਪਹਿਲਾਂ ਹਠ ਯੋਗ ਤੋਂ ਫਿਰ ਨੇਮ ਯੋਗ, ਸਹਿਜ ਯੋਗ ਆਪੇ ਆ ਜਾਏਗਾ। ਇਸ ਕਰਕੇ ਧਿਆਨ ਇਸ ਤਰ੍ਹਾਂ ਜੋੜ ਕੇ ਸਮਾਧੀ 'ਚ ਲੀਨ ਰਹਿਣਾ ਹੈ ਕਿ ਆਪਣੇ ਆਪ ਨੂੰ ਟਿਕਾਣਾ ਹੈ। ਅਸ਼ਟ ਜਾਮ ਮਨ ਸ਼ਬਦ ਵਿਖੇ ਜਬ, 8 ਪਹਿਰ ਗੁਰੂ ਦੇ ਸ਼ਬਦ ਵਿੱਚ ਮਨ ਜੁੜ ਜਾਵੇ। ਪੂਰਨ ਓਤ ਸਮਾਦ ਪਲੇ ਤਬ, ਉਦੋਂ ਸਮਾਧੀ ਪੂਰੀ ਹੁੰਦੀ ਹੈ। 8 ਪਹਿਰ 24 ਘੰਟੇ ਲਗਾਤਾਰ ਵਾਹਿਗੁਰੂ ਇਹ ਸ਼ਬਦ ਵਿੱਚ ਧਿਆਨ ਜੁੜਿਆ ਰਵੇ, ਆਤਮ ਵਿੱਚ ਧਿਆਨ ਜੁੜਿਆ ਰਵੇ, ਸਮਾਧੀ ਲੱਗੀ ਰਵੇ ਨਾ, ਇਹ ਸਮਾਧੀ ਹੈ। ਦੋਹਰਾ ਭਗਤ ਜੋਗ ਏ ਜਾਨੀਏ, ਕਲ ਮੈਂ ਪੰਥ ਸੁਖੇਨ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਭਗਤੀ ਯੋਗ ਹੈ, ਇਹ ਕਲਯੁਗ ਸੌਖਾ ਹੈ। ਇੱਥੇ ਬਸ ਸਮਾਂ ਕਲਯੁਗ ਦਾ ਹੈ, ਇੱਥੇ ਇਹੀ ਸੌਖਾ ਹੈ ਵੀ ਆ ਕੇ ਜੋੜੇ ਝਾੜੀਏ, ਸੰਗਤ 'ਚ ਬੈਠੀਏ, ਇਹ ਤੋਂ ਸੁਣ ਕੇ ਇਕਾਂਤ ਜਿਹੜਾ ਸੁਣਿਆ ਉਹਨੂੰ ਧਿਆਨ ਧਾਰਨ ਕਰੀਏ, ਅੰਦਰ ਆਪਣੀ ਬਿਰਤੀ ਨੂੰ ਰੋਕੀਏ, ਆਸਨ ਲਗਾਈਏ, ਫਿਰ ਪ੍ਰਾਣਾਯਾਮ ਕਿਵੇਂ ਖਾਲਸਾ ਗੁਰੂ ਦੇ ਬਚਨਾਂ ਨੂੰ ਅੰਦਰ ਲੈ ਕੇ ਜਾਣਾ ਹੈ, ਵਿਕਾਰ ਨੂੰ ਬਾਹਰ ਕੱਢਣਾ ਹੈ, ਫਿਰ ਧਿਆਨ ਲਗਾਉਣਾ, ਫਿਰ ਧਾਰਨਾ, ਸੰਕਲਪ ਵਿਕਲਪ ਤੋਂ ਪਰੇ ਹਟਣਾ ਹੈ, ਫੁਰਨੇ ਪਰੇ ਕਰਨੇ, ਫਿਰ ਲੈ ਜਾਣਾ ਸਮਾਧੀ ਵਿੱਚ। ਇਹ ਸੌਖਾ ਹੈ, ਭਾਵ ਗੁਰੂ ਦੀ ਕਿਰਪਾ ਸਦਕਾ ਹੈ, ਆਪਣੇ ਆਪ ਨਹੀਂ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਹਿੰਦੇ ਜੀ ਮੈਂ ਕਰ ਲਵਾਂ ਨਾ, ਬਸ ਅਰਦਾਸ ਚੱਲਣੀ, ਪਾਸ਼ਾ ਤੁਸੀਂ ਕਰਾਉਣਾ ਹੈ। ਤੇ ਕਲਯੁਗ 'ਚ ਇਹੀ ਸੁਖੈਨ ਹੈ। ਕਸ਼ਟ ਜੋਗ ਦੁਸ਼ਤਰ ਅਹੇ, ਹੋਏ ਨਾ ਜੇ ਨੰਕੇਨ। ਜਨਮ ਕੇ ਜਣੇ ਖਣੇ ਤੋਂ ਨਹੀਂ ਹੁੰਦਾ ਕਸ਼ਟ ਯੋਗ। ਜਿਹੜਾ ਹਠ ਯੋਗ ਹੈ ਨਾ, ਉਹ ਜਣੇ ਖਣੇ ਤੋਂ ਨਹੀਂ ਹੁੰਦਾ, ਔਖਾ ਹੈ, ਕਠਨ ਹੈ। ਚੌਪਈ ਸ਼੍ਰੀ ਗੁਰਮੁਖ ਤੇ ਸੁਨੇ ਉਪਦੇਸ਼ੂ, ਜਦੋਂ ਸ੍ਰੀ ਗੁਰੂ ਨਾਨਕ ਪਾਤਸ਼ਾਹ ਦੇ ਮੁਖਾਰ ਬਿੰਦ ਤੋਂ ਰਾਏ ਬੁਲਾਰ ਦੇ ਖਾਲਸਾ 'ਚ ਪਹਿਲਾਂ ਬਖਸ਼ਿਸ਼ ਹੋਈ, ਹੁਣ ਬਖਸ਼ਿਸ਼ ਦੂਜੇ ਰਾਜੇ ਨੂੰ ਹੋਈ, ਰਾਜੇ ਸ਼ਿਵਨਾਭ ਨੂੰ। ਦੇਖੋ ਸਭ ਰਾਜਿਆਂ ਨੂੰ ਬਖਸ਼ਿਸ਼ ਪਾਤਸ਼ਾਹ ਦੇ ਦਰ ਤੋਂ ਹੁੰਦੀ ਹੈ, ਤੇ ਰਾਜੇ ਸ਼ਿਵਨਾਭ ਨੂੰ ਜਦੋਂ ਬਖਸ਼ਿਸ਼ ਹੋਈ, ਹਾਥ ਜੋਰ ਪਗ ਪਰਿਓ ਨਰੇਸ਼ੂ, ਤੇ ਐਸਾ ਨਰੇਸ਼ੂ ਰਾਜਾ ਸ਼ਿਵਨਾਭ ਹੱਥ ਜੋੜ ਕੇ ਗੁਰੂ ਚਰਨਾਂ ਤੇ ਉਹਨੇ ਮੱਥਾ ਟੇਕਿਆ ਹੈ। ਸਿੱਖੇ ਉਚਾਤ ਯੋਗ ਬਾਹੋਰੀ, ਰਾਜਾ ਸਿੱਖਣਾ ਚਾਹੁੰਦਾ ਵੀ ਇਹ ਯੋਗ ਵੀ ਸਿੱਖਾਂ, ਤੇ ਆਤਮ ਯੋਗ ਸਹਿਜ ਯੋਗ ਵੀ ਸਿੱਖਾਂ। ਹਿਰਦੇ ਲਾਲਸਾ ਜਾਏ ਨਾ ਥੋਰੀ, ਜਿਹਦੇ ਮਨ ਵਿੱਚ ਲਾਲਸਾ ਜ਼ਿਆਦਾ ਹੈ, ਥੋੜੀ ਨਹੀਂ ਹੈ, ਜ਼ਿਆਦਾ ਹੈ, ਕਿ ਜ਼ਿਆਦਾ ਮੈਂ ਸਿੱਖਾਂ, ਜ਼ਿਆਦਾ ਆਤਮ ਰਸ ਪ੍ਰਾਪਤ ਕਰਾਂ ਤੇ ਲੀਨ ਹੋ ਜਾਵਾਂ। ਤੇ ਇਹ ਉਪਦੇਸ਼ ਦਿੱਤਾ ਹੈ ਪਾਤਸ਼ਾਹ ਗੁਰੂ ਨਾਨਕ ਮਹਾਰਾਜ ਜੀ ਨੇ ਰਾਜੇ ਸ਼ਿਵਨਾਭ ਨੂੰ। ਤੇ ਰਾਜਾ ਹੁਣ ਕਿਵੇਂ ਕਮਾਵੇਗਾ ਤੇ ਕਿਵੇਂ ਪਾਤਸ਼ਾਹ ਉੱਥੋਂ ਉਸ ਤੇ ਬਖਸ਼ਿਸ਼ ਕਰਕੇ ਅੱਗੇ ਹੋਰ ਚਾਲੇ ਪਾਣਗੇ, ਉਹ ਕਥਾ ਆਪ ਜੀ ਖਾਲਸਾ ਜੀਓ ਸਮੇਂ ਅਨੁਸਾਰ ਅਗਲੇ ਪ੍ਰਕਰਨਾਂ ਵਿਖੇ ਸ਼੍ਰਵਣ ਕਰਨਾ ਜੀ। ਇਤਨੀਆਂ ਹੀ ਬੇਨਤੀਆਂ ਆਪ ਜੀ ਨੇ ਪ੍ਰਵਾਨ ਕਰਨੀਆਂ। ਅੱਖਰਵਾਦ ਘਾਟ ਭੁੱਲ ਚੁੱਕ ਦੇਖਿਵਾ। ਵਾਹਿਗੁਰੂ 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 ਗੁਰੂ ਵਾਹਿਗੁਰੂ 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 ਹੇ
अच्युत हे पार ब्रह्म, नासी अगनास हे पूरन हे सर्ब मैं, पंजन गुणतास हे संगी हे निरंकार, गुण सब टेक हे गोविंद हे गुण निधान। सदा विवेक